ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਅਹਿ ਰਖਵਾਦ ਨਾ ਕੀਜੈ ਰੇ ਮਨ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ। ਰਹਾਉ ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਦ ਬਾਨੀ ਲਾਈ, ਕਾਹੂ ਮਹਿ ਮੋਤੀ ਮੁਕਤਾ ਹਲ, ਕਾਹੂ ਬਿਆਦ ਲਗਾਈ। ਸੋ ਮਹਿ ਧਨ ਰਾਖਨ ਕੋ ਦੀਆ, ਮੁਗਧ ਕਹੈ ਧਨ ਮੇਰਾ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਬੇਰਾ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਹੈ ਕਬੀਰ ਸੁਨਹੁ ਰੇ ਸੰਤੋ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਕਹੈ ਕਬੀਰ ਸੁਨਹੁ ਰੇ ਸੰਤੋ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਣ, ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਪਾਵਨ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਨੇਮ ਸਹਿਤ ਪ੍ਰੇਮ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਾਵਨ ਪਵਿੱਤਰ ਅਸਥਾਨ ਤੋਂ ਆਏ ਪਾਵਨ ਸ੍ਰੀ ਮੁਖਵਾਕ ਜੀ ਕੀ ਕਥਾ ਵਿਚਾਰ ਸਰਵਣ ਕਰਨੇ ਹਿਤ ਪ੍ਰੇਮ ਸਹਿਤ ਸਾਹਿਬ ਕੀ ਹਜ਼ੂਰੀ ਅੰਦਰ ਆਪ ਜੀ ਉਪਸਥਿਤ ਹੁੰਦੇ ਹੋ ਔਰ ਦੂਰ ਦਰਾਡੇ ਘਰਾਂ ਦੇ ਅੰਦਰ ਮਿਲ ਬੈਠ ਕਰਕੇ ਸਾਹਿਬ ਜੀ ਕੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਵਿਚਾਰ ਆਪ ਸਮੂਹ ਸੰਗਤਾਂ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਓ ਕੀ ਪਾਵਨ ਉਸਤਤ ਦੇ ਅੰਦਰ ਭੱਟ ਸਾਹਿਬਾਨ ਇੱਕ ਬਚਨ ਉਚਾਰਨ ਕਰਦੇ ਹਨ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ,
ਆਪ ਜੀ ਸੱਚੇ ਤਖਤਾਂ ਦੇ ਉੱਪਰ ਸ਼ੋਭਨੀਕ ਹੋ, ਸੱਚੇ ਤਖਤਾਂ ਦੇ ਉੱਪਰ ਸਾਹਿਬ ਜੀ ਬੈਠੇ ਹੋ। ਔਰ ਜਿਹੜੀਆਂ ਸਿੱਖ ਸੰਗਤਾਂ ਹਨ, ਆਪ ਜੀ ਦੇ ਕੋਲ ਇਸ ਤਰ੍ਹਾਂ ਗੁੰਜਾਰਾਂ ਪਾ ਰਹੀਆਂ ਹਨ, ਜਿਸ ਪ੍ਰਕਾਰ ਇੱਕ ਫੁੱਲ ਦੇ ਕੋਲ ਜਿਹੜੇ ਭੰਵਰੇ ਨੇ ਉਹ ਜਾ ਕੇ ਬੈਠਦੇ ਹਨ। ਭੰਵਰਾ ਜਦੋਂ ਜਾ ਕੇ ਫੁੱਲ ਦੇ ਕੋਲ ਬਵੇ, ਪ੍ਰੇਮ ਦੇ ਨਾਲ ਭੁੱਲ ਜਾਂਦਾ ਹੈ ਉੱਡਣਾ, ਇੰਨਾ ਕੁ ਨਮਗਨ ਹੋ ਕਰਕੇ ਰਸ ਸਹਿਤ ਬੈਠਦਾ ਹੈ। हे ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਆਪ ਜੀਓ ਕੇ ਪਾਵਨ ਪਵਿੱਤਰ ਅਸਥਾਨਾਂ ਤੇ ਸੰਗਤਾਂ ਪ੍ਰੇਮ ਸਹਿਤ ਇਸ ਪ੍ਰਕਾਰ ਮਿਲ ਬੈਠਦੀਆਂ ਹਨ ਜਿਵੇਂ ਭੰਵਰੇ ਬੈਠਦੇ ਹੋਵਣ। ਉਹ ਬਚਨ ਨੇ, ਸੇਵਕ ਸਿੱਖ ਸਦਾ ਅਤ ਲੁਭਤ, ਅਲ ਸਮੂਹ ਜੋ ਕੁਸਮ ਸੁਬਾਸੇ, ਵਿਦਿਆਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ, ਗੁਰੂ ਰਾਮਦਾਸੈ। हे ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਤਖਤਾਂ ਉੱਪਰ ਆਪ ਸ਼ੋਭਨੀਕ ਔਰ ਸੰਗਤਾਂ ਆਪ ਜੀਓ ਕੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਇਸ ਪ੍ਰਕਾਰ ਮਿਲ ਬੈਠਦੀਆਂ ਹਨ। ਸੋ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਅੱਜ ਸਾਹਿਬ ਜੀ ਨੇ ਅੱਜ ਸਮੁੱਚੀ ਕਾਇਨਾਤ ਨੂੰ ਸਾਹਿਬ ਜੀ ਕੇ ਪਾਵਨ ਪਵਿੱਤਰ ਅਸਥਾਨਾਂ ਤੋਂ ਬਖਸ਼ਿਸ਼ ਹੋਇਆ, ਇਸ ਤੋਂ ਪਹਿਲਾਂ ਕਿ ਪਾਵਨ ਪਵਿੱਤਰ ਸ਼ਬਦ ਦੀ ਅਖਰੀ ਅਰਥ ਵਿਚਾਰ ਆਰੰਭ ਕਰੀਏ, ਪ੍ਰਥਮ ਕਿ ਸ਼ਬਦ ਦਾ ਮਜ਼ਮੂਨ ਕੀ ਹੈ, ਸਮੁੱਚੇ ਪਾਵਨ ਪਵਿੱਤਰ ਸ਼ਬਦ ਦਾ ਭਾਵ ਅਰਥ ਕੀ ਹੈ, ਬਾਕੀ ਕਈ ਵਿੱਚ ਉਦਾਹਰਨਾਂ ਵੀ ਹਨ। ਸਾਰੇ ਸ਼ਬਦ ਦਾ ਭਾਵ ਅਰਥ ਜੋ ਬਾਬਾ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, हे ਮਨਾ, ਤੂੰ ਪਰਮਾਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਉਲਾਂਭਾ ਨਾ ਦੇ, ਔਰ ਉਸ ਪਰਮਾਤਮਾ ਦੇ ਨਾਲ ਤੂੰ ਕਿਸੇ ਬਾਤ ਤੋਂ ਵੀ ਆਪਣੇ ਮਨ ਦੇ ਅੰਦਰ ਗੁੱਸਾ ਗਿਲਾ ਨਾ ਕਰ, ਝਗੜੇ ਨਾ ਕਰ। ਇਹ ਪਰਮਾਤਮਾ ਦੇ ਹੱਥ ਦੀ ਖੇਡ ਹੈ ਕਿ ਕਿੰਨੇ ਦਾਤ, ਕਿਹਨੂੰ ਕਿੰਨੀ ਦਾਤ ਕਦੋਂ ਦੇਣੀ ਹੈ, ਇਹ ਸਾਰੀ ਦਾਤ ਮੇਰੇ ਸਾਹਿਬ ਜੀ ਦੇ ਹੱਥ ਦੇ ਅੰਦਰ ਹੈ। ਔਰ ਅਖੀਰ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਭਾਣੇ ਅੰਦਰ ਰਹਿਣ ਵਾਲੇ ਮਨੁੱਖ ਨੂੰ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਬਾਬਾ ਕਬੀਰ ਸਾਹਿਬ ਜੀ ਨੇ ਉਹਦੀ ਰਜ਼ਾ, ਉਹਦੇ ਭਾਣੇ ਵਿੱਚ ਰਹਿਣ ਵਾਲੇ ਨੂੰ ਨਮਸਕਾਰ ਕੀਤੀ। ਅਖੀਰ ਦੇ ਅੰਦਰ ਕਹਿਣ ਲੱਗੇ ਕਿ हे ਜੀਵ, ਤੂੰ ਇੰਨੇ ਕੁ ਧਨ ਪਦਾਰਥ ਇਕੱਠੇ ਕੀਤੇ ਹਨ ਵੀ ਆ ਵੀ ਮੇਰਾ ਹੈ, ਆ ਵੀ ਭੋਗਾਂਗਾ, ਆ ਵੀ ਪੁੰਚਾਂਗਾ। ਕਹਿੰਦੇ ਜਿੱਦਣ ਬਿੱਲਾ ਰੂਪ ਮੌਤ ਜਿੱਦਣ ਆਈ, ਉਹਨੇ ਹੱਥ ਪਾਇਆ ਪਿੰਜਰੇ ਦੇ ਵਿੱਚ, ਪਿੰਜਰੇ ਦੇ ਵਿੱਚੋਂ ਪੰਛੀ ਨੂੰ ਫੜਿਆ ਤੇ ਲੈ ਗਿਆ। ਠੂਠੀ ਵੀ ਉੱਥੇ ਰਹਿ ਗਈ ਤੇ ਕੁੱਜੀ ਵੀ ਉੱਥੇ ਰਹਿ ਗਈ। ਠੂਠੀ ਵਿੱਚ ਦਾਣੇ ਸਨ, ਕੁੱਜੀ ਵਿੱਚ ਕੋਲ ਪਾਣੀ ਪਾ ਕੇ ਧਰਿਆ ਸੀ ਪੰਛੀ ਵਾਸਤੇ। ਕਹਿੰਦੇ ਬਿੱਲਾ ਆਇਆ, ਬਿੱਲੇ ਨੇ ਚਿਰਗਟ ਫਾਰ ਚਟਾਰਾ ਲੈ ਗਏ, ਉਹ ਪੰਛੀ ਨੂੰ ਫੜਿਆ ਤੇ ਲੈ ਗਿਆ। ਮੌਤ ਆਈ, ਜੀਵ ਰੂਪੀ ਬਿੱਲੇ ਨੂੰ ਲੈ ਕੇ ਚਲੀ ਗਈ। ਪਿੱਛੇ ਕਿੰਨੇ ਕੁ ਧਨ ਪਦਾਰਥ ਸੰਪਦਾ ਕੱਪੜਿਆਂ ਦੇ ਭਰੇ ਪਏ ਨੇ ਅੰਬਾਰ, ਧਨ ਪਦਾਰਥ ਪਿੱਛੇ ਭਰਿਆ ਪਿਆ ਹੈ। ਮਹਾਰਾਜ ਕਹਿਣੇ ਲੱਗੇ, ਕਹਿੰਦੇ ਇਸ ਪ੍ਰਕਾਰ ਜਿੱਦਣ ਮੌਤ ਰੂਪੀ ਬਿੱਲਾ ਆਏਗਾ, ਪਿਆ ਸਾਰਾ ਧਰਿਆ ਧਰਾਇਆ ਤੇਰਾ ਵੀ ਇਸੇ ਤਰ੍ਹਾਂ ਰਹਿ ਜਾਏਗਾ। ਸੋ ਆਓ, ਧੰਨ ਬਾਬਾ ਕਬੀਰ ਸਾਹਿਬ ਮਹਾਂਪੁਰਖ, ਤਿਨਾਂ ਨੇ ਪਾਵਨ ਪਵਿੱਤਰ ਮੁਬਾਰਕ ਬਚਨ ਹਨ। ਸੋ ਆਓ ਪ੍ਰੇਮ ਸਹਿਤ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਓ ਕੇ ਪਾਵਨ ਚਰਨ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਸ਼ਬਦ ਦੇ ਅੰਦਰ ਆਪਣੇ ਵਿਚਾਰ ਨੂੰ, ਆਪਣੇ ਅੰਦਰ ਨੂੰ ਕੇਂਦਰਿਤ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਲਈ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ। ਪਾਵਨ ਪਵਿੱਤਰ ਬਚਨ ਆਰੰਭ ਹੋਇਆ। ਆਸਾ ਭਾਵ ਉੱਪਰ ਸਰਲੇਖ ਮੇਰੇ ਸਾਹਿਬ ਪੰਚਮ ਗੁਰਦੇਵ ਮਹਾਰਾਜ ਜੀਆਂ ਨੇ ਲਿਖਿਆ
ਆਸਾ ਸ਼੍ਰੀ ਕਬੀਰ ਜੀਓ ਕੇ ਪੰਚ ਪਦੇ। ਪਾਵਨ ਬਾਣੀ ਅੰਦਰ ਮਹਾਰਾਜ ਜੀਆਂ ਨੇ ਭਗਤ ਸਾਹਿਬਾਨਾਂ ਦਾ ਇਤਨਾ ਸਤਿਕਾਰ ਕੀਤਾ। ਜਦੋਂ ਸ਼ਬਦ ਪੜ੍ਹਦੇ ਹੋ ਨਾ, ਸਾਧ ਸੰਗਤ ਸਰਵਣ ਕਰਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਟ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਜਦੋਂ ਭਗਤ ਸਾਹਿਬਾਨਾਂ ਦੀ ਬਾਣੀ ਆਰੰਭ ਹੁੰਦੀ ਹੈ, ਜਿੱਥੇ ਪਾਤਸ਼ਾਹ ਜੀਆਂ ਨੇ ਸਿਰਲੇਖ ਅੰਕਿਤ ਕੀਤੇ ਹਨ, ਤੇ ਭਗਤ ਸਾਹਿਬਾਨਾਂ ਦੇ ਨਾਮ ਦੇ ਨਾਲ ਮਹਾਰਾਜ ਜੀਆਂ ਨੇ ਇਕੱਲਾ ਜੀ ਨਹੀਂ, ਜੀਓ ਸ਼ਬਦ ਜੋੜਿਆ ਹੈ। ਕਿਤੇ ਨਾਨਕ ਜੀ ਪਾਵਨ ਬਾਣੀ ਅੰਦਰ ਮਹਾਰਾਜ ਜੀਆਂ ਨੇ ਨਾਨਕ ਨਾਮ ਦੇ ਨਾਲ ਜੀਓ ਸ਼ਬਦ ਕਹਿ ਕੇ ਨਹੀਂ, ਪਰ ਜਿਨ੍ਹਾਂ ਮਹਾਂਪੁਰਖਾਂ ਦੇ ਘਰਾਂ ਵਿੱਚ ਸਾਹਿਬ ਸੱਚੇ ਪਾਤਸ਼ਾਹ ਬਾਣੀ ਲੈ ਕਰਕੇ ਆਏ, ਉਹਨਾਂ ਦੇ ਨਾਮ ਦੇ ਨਾਲ ਸਾਹਿਬ ਜੀਆਂ ਨੇ ਜੀਓ ਸ਼ਬਦ ਜੋੜਿਆ। ਆਸਾ, ਰਾਗ ਆਸਾ ਹੈ। ਕਾਹੂ ਦੀਨੇ ਪਾਟ ਪਟੰਬਰ, ਧੰਨ ਬਾਬਾ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਲੜੀ ਹੈ। ਹੇ ਪਰਿਪੂਰਨ ਪਰਮਾਤਮਾ, ਇਹ ਤੇਰੀ ਅਸਚਰਜ ਖੇਡ ਹੈ। ਕਈਆਂ ਨੂੰ ਸਾਹਿਬ ਸੱਚੇ ਪਾਤਸ਼ਾਹ ਪਹਿਨਣ ਵਾਸਤੇ ਤੂੰ ਰੇਸ਼ਮੀ ਕੱਪੜੇ ਦਿੱਤੇ ਨੇ, ਬੜੇ ਮਹਿੰਗੇ। ਉਹਨਾਂ ਦੇ ਤਨ ਦੇ ਉੱਪਰ ਸੂਤੀ ਕੱਪੜੇ ਹੋਵਣ, ਪਟੰਬਰ ਭਾਵ ਰੇਸ਼ਮੀ ਕੱਪੜੇ ਹੋਵਣ, ਔਰ ਉਹਨਾਂ ਦੇ ਸੌਣੇ ਵਾਸਤੇ ਸਾਹਿਬ ਜੀ ਬੜੇ ਬੇਸ਼ਕੀਮਤੀ ਪਲੰਗ, ਨਵਾਰੀ ਪਲੰਗ ਨੇ ਉਹਨਾਂ ਦੇ ਕੋਲ। ਕਈਆਂ ਦੇ ਕੋਲ ਭਾਈ ਪਹਿਨਣ ਵਾਸਤੇ ਕਾਹੂ ਦੀਨੇ ਪਾਟ ਪਟੰਬਰ, ਪਹਿਨਣ ਵਾਸਤੇ ਮਹਾਰਾਜ ਰੇਸ਼ਮ ਦੇ ਕੱਪੜੇ, ਔਰ ਸੌਣੇ ਵਾਸਤੇ ਸਾਹਿਬ ਜੀ ਤਿਨਾਂ ਦੇ ਪਾਸ ਪਲੰਗ ਨਿਵਾਰਾ ਕਹੀਏ, ਨਿਵਾਰੀ ਪਲੰਗ ਬੜੇ ਬੇਸ਼ਕੀਮਤੀ ਮਹਿੰਗੇ ਪਲੰਗ ਹਨ। ਕਾਹੂ ਗਰੇ ਗੋਦਰੇ ਨਾਹੀ, ਕਾਹੂ ਖਾਨ ਪਰਾਰਾ। ਹੁਣ ਦੂਸਰਾ ਮਹਾਰਾਜ ਜੀ ਨੇ ਬਚਨ ਕੀਤਾ, ਕਾਹੂ ਗਰੀ ਗੋਦਰੀ ਨਾਹੀ। ਸਾਹਿਬ ਜੀ ਕਈਆਂ ਕੋਲ ਤਾਂ ਰੇਸ਼ਮੀ ਵਸਤਰ ਨੇ ਤਨ ਦੇ ਉੱਪਰ ਲੈਣ ਵਾਸਤੇ, ਕਈਆਂ ਕੋਲ ਸੌਣ ਵਾਸਤੇ। ਕਾਹੂ ਗਰੀ ਗੋਦਰੀ, ਗਰੀ ਗੋਦਰੀ ਦਾ ਅਰਥ ਹੈ ਬਈ ਕਈਆਂ ਕੋਲ ਗੋਦੜੀ, ਗਲੀ ਹੋਈ ਗੋਦੜੀ ਵੀ ਨਹੀਂ ਹੈ ਸੌਣ ਵਾਸਤੇ ਲੈ ਕੇ ਥੱਲੇ ਤੇ ਉੱਪਰ ਸੌਣ ਵਾਸਤੇ। ਕਾਹੂ ਖਾਣ ਪਰਾਰਾ, ਤੇ ਕਈਆਂ ਦੇ ਘਰਾਂ ਦੇ ਅੰਦਰ ਖਾਣ ਕਹੀਏ, ਘਰਾਂ ਵਿੱਚ ਪਰਾਰਾ ਕਹੀਏ ਪਰਾਲੀ, ਭਾਵ ਸਾਹਿਬ ਜੀ ਸੌਣ ਲੱਗਿਆਂ ਉਹ ਪਰਾਲੀ ਦਾ ਬੰਦੋਬਸਤ ਕਰਦੇ ਨੇ ਕਿ ਬਾਹਰੋਂ ਪਰਾਲੀ ਫੜ ਲਿਆ ਕੇ ਸੌਂ ਜਾਈਏ। ਮਹਾਰਾਜ ਇਹ ਤੇਰੀਆਂ ਖੇਡਾਂ ਨੇ, ਉਹ ਵੀ ਤੇਰੇ ਨੇ ਤੇ ਉਹ ਵੀ ਤੇਰੇ ਹਨ। ਭਾਵ ਅਰਥ ਇਸ ਬਚਨ ਦਾ, ਸਾਹਿਬ ਜੀ ਉਹ ਵੀ ਤੇਰੇ ਹਨ ਜਿਨ੍ਹਾਂ ਦੇ ਕੋਲ ਪਟੰਬਰ ਰੇਸ਼ਮੀ ਕੱਪੜੇ ਨੇ, ਤੇ ਜਿਨ੍ਹਾਂ ਦੇ ਕੋਲ ਲੈਣ ਵਾਸਤੇ ਉੱਪਰ ਕੁਝ ਨਹੀਂ। ਮਹਾਰਾਜ ਉਹ ਵੀ ਤਾਂ ਤੇਰੇ ਨੇ, ਉਹ ਕਿਸ ਦੇ ਨੇ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਣ ਪਰਾਰਾ। ਖਾਣ ਪਰਾਰਾ ਕਹੀਏ ਸੌਣ ਵਾਸਤੇ ਭੁੰਜੇ, ਉਹ ਪਰਾਲੀ ਦਾ ਬੰਦੋਬਸਤ ਕਰਦੇ ਨੇ ਵੀ ਲਿਆ ਪਰਾਲੀ ਆਪਾਂ ਸੌਈਏ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਹਨ। ਅਹਿਰਖ ਵਾਦ ਨਾ ਕੀਜੈ ਰੇ ਮਨ। ਹੇ ਮੇਰੇ ਮਨ, ਹੇ ਸਜਣਾ, ਇਸ ਪਾਵਨ ਪੰਕਤੀ ਤੇ ਧਿਆਨ ਕੇਂਦਰਿਤ ਕਰੋ, ਕਿਉਂਕਿ ਰਹਾਉ ਦੇ ਪਾਵਨ ਬਚਨ। ਅਹਿਰਖ ਕਹਿੰਦੇ ਨੇ ਵਾਧੂ ਦੇ। ਚਿੰਤਾ ਨਾ ਕਰੀ, ਝਗੜੇ ਨਾ ਕਰੀ, ਲਾਮੇ ਨਾ ਦੇਣ ਲੱਗ ਪਵੀਂ। ਅਹਿਰਖ ਵਾਦ ਨਾ ਕੀਜੈ ਰੇ ਮਨ। ਹੇ ਮਣਾ, ਤੂੰ ਕਿਸੇ ਤਰੀਕੇ ਨਾਲ ਝਗੜਾ ਨਾ ਕਰੀ ਕਿਸੇ ਦੇ ਨਾਲ ਇਸ ਚੀਜ਼ ਨੂੰ ਲੈ ਕਰਕੇ। ਹਿਰਖਵਾਦ ਨਾ ਕੀਜੈ ਰੇ ਮਨ। ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਹੁਣੇ ਹੀ ਭਾਈ ਸਾਹਿਬ ਜੀ ਜਦੋਂ ਆਸਾ ਦੀ ਵਾਰ ਦੀ ਸਮਾਪਤੀ ਹੋਈ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਆਪਾਂ ਬਚਨ ਸਰਵਣ ਕਰਨੇ ਹਾਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਹਿਮਤ ਕੀਤੀ। ਕਹਿੰਦੇ ਬਾਜ਼ਾਰ ਦੇ ਵਿੱਚ ਵਿਕਣ ਵਾਸਤੇ ਭਾਂਡੇ ਆਏ, ਬਾਜ਼ਾਰ ਵਿੱਚ ਵਿਕਣ ਵਾਸਤੇ ਭਾਂਡੇ ਆਏ। ਇੱਕ ਮਾਈ ਨੇ ਘੜਾ ਲਿਆ, ਕਹਿੰਦੇ ਇਹ ਘੜਾ ਲੈ ਚੱਲੋ। ਇੱਕ ਲੈ ਲਈ ਚਾਟੀ, ਚਾਟੀ ਦੇ ਵਿੱਚ ਇੱਕੋ ਥਾਂ ਤੋਂ ਕੁਮਹਾਰ ਵੀਰ ਨੇ ਮਿੱਟੀ ਗੁੰਨੀ, ਇੱਕੋ ਥਾਂ ਤੋਂ ਚੱਕ ਤੇ ਘੁਮਾ ਕੇ ਬਰਤਨ ਬਣਾਇਆ। ਉਦਾਹਰਨ ਸਮਝਣੀ ਸਾਧ ਸੰਗਤ ਜੀ। ਕਹਿੰਦੇ ਇੱਕ ਬਰਤਨ ਦੇ ਅੰਦਰ ਤਾਂ 6-6 ਮਹੀਨੇ ਜਾਂ ਕਹੀਏ ਵੀ ਇੱਕ ਭਾਂਡੇ ਵਿੱਚ ਤਾਂ ਦੁੱਧ ਪਾਇਆ ਗਿਆ, ਔਰ ਇੱਕ ਘੜਾ ਲੈ ਲਿਆ। ਪੁਰਾਣੇ ਸਮੇਂ ਨਾ ਘੜੇ ਨੂੰ ਦੱਬ ਦਿੰਦੇ ਸਨ ਪਾਣੀ ਗਰਮ ਕਰਨ ਵਾਸਤੇ, ਵੀ ਥੱਲੇ ਮੱਠੀ ਅੱਗ ਲਾ ਦੇਣੀ ਤੇ ਪਾਣੀ ਗਰਮ ਰਹਿਣਾ।
ਜਦੋਂ ਲੋੜ ਹੋਣੀ ਵਿੱਚੋਂ ਪਾਣੀ ਕੱਢ ਲੈਣਾ, ਠੰਡਾ ਪਾਣੀ ਫਿਰ ਵਿੱਚ ਪਾ ਦੇਣਾ, ਪਾਣੀ ਰਿੱਝਦਾ ਰਹਿਣਾ ਕੜਾ। ਮਹਾਰਾਜ ਉੱਥੇ ਉਦਾਹਰਣ ਦੇ ਰਹੇ ਨੇ, ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇਕਨੀ, ਦੁੱਧ ਸਮਾਈਐ ਇਕਨਾ ਬਰਤਨ। ਮਹਾਰਾਜ ਮਿੱਟੀ ਵੀ ਉਹ, ਚੱਕ ਤੇ ਵੀ ਉਸੇ ਤੇ ਘੁਮਾਇਆ, ਬਣਾਉਣ ਵਾਲਾ ਵੀ ਕੁਮਹਾਰ ਵੀਰ ਉਹ ਵੀ ਇੱਕ, ਕੁਮਹਾਰ ਹੈ ਏਕ। ਤੇ ਸਾਹਿਬ ਜੀ ਉੱਥੇ ਬਚਨ ਕਹਿ ਰਹੇ ਨੇ, ਆਪੇ ਭਾਂਡੇ ਸਾਜੀਆਂ ਨੇ ਆਪੇ ਪੂਰਨ ਦੇ ਇਕਨੀ, ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ। ਮਹਾਰਾਜ ਇੱਕ ਚੁੱਲ੍ਹ ਦੇ ਉੱਪਰ ਚੜੇ ਰਹਿੰਦੇ, ਭਾਵ ਇੱਕ ਹੁਣ ਭਾਂਡੇ ਉਹ ਨੇ ਜਿਹੜੇ ਰਿੱਝਦੇ ਰਹੇ, ਇੱਕ ਦੇ ਵਿੱਚ ਦੁੱਧ ਪੈ ਗਿਆ। ਮਹਾਰਾਜ ਬਣੇ ਤਾਂ ਦੋਵੇਂ ਇੱਕੋ ਥਾਂ ਤੋਂ ਸਨ। ਇੱਕ ਨਿਹਾਲੀ ਪੈ ਸਵੰਨ, ਇੱਕ ਭਾਈ ਸੁੱਤੇ ਹਨ ਆਪਣੇ ਮਹਿਲਾਂ ਦੇ ਅੰਦਰ, ਇੱਕ ਉੱਪਰ ਰਹਿਣ ਖੜੇ, ਇੱਕ ਉਹ ਨੇ। 5 ਤੱਤਾਂ ਦਾ ਬਣਿਆ ਸਰੀਰ, ਸੌਣ ਵਾਲੇ ਦਾ ਵੀ 5 ਤੱਤਾਂ ਦਾ ਬਣਿਆ, ਤੇ ਜਿਹੜੇ ਬਾਹਰ ਉਹਦੇ ਉੱਪਰ ਪਹਿਰਾ ਦੇ ਰਹੇ ਨੇ ਮਹਾਰਾਜ ਉਹ ਵੀ ਤਾਂ ਤੇਰੇ ਨੇ। ਇੱਕ ਨਿਹਾਲੀ ਪੈ ਸਵੰਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਮਹਾਰਾਜ ਉਹ ਵੀ ਤੇਰੇ, ਉਹ ਵੀ ਤੇਰੇ ਮੇਰੇ ਸਾਹਿਬ ਜੀ। ਸਾਹਿਬ ਜੀ ਦੇ ਪਾਵਨ ਬਚਨ ਜਦੋਂ ਮਾਰੂ ਰਾਗ ਦੇ ਬਚਨਾਂ ਦੇ ਦਰਸ਼ਨ ਕਰੀਏ ਤੇ ਸਾਹਿਬ ਜੀ ਨੇ ਬਚਨ ਕਹੇ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਭਾਵ ਇੱਕ ਸੰਸਾਰ ਰੂਪੀ ਬਿਰਖ ਦੇ ਉੱਪਰ ਪੰਛੀਆਂ ਨੇ ਆਣ ਕੇ ਨਿਵਾਸ ਕੀਤਾ। ਪੰਛੀ ਕਿਹੜੇ ਨੇ ਭਾਈ? ਪੰਛੀ ਹਾਂ ਆਪਾਂ ਜੀਵ, ਜਿੰਨੇ ਵੀ ਜੀਵ, ਤੇ ਕਈ ਐਸੇ ਨੇ ਬੜਾ ਮਿੱਠਾ ਬੋਲਦੇ ਨੇ, ਤੇ ਕਈ ਮਹਾਰਾਜ ਕਹਿੰਦੇ ਐਸੇ ਵੀ ਪੰਛੀ ਨੇ ਜਿਨ੍ਹਾਂ ਦੀ ਆਵਾਜ਼ ਸੁਣਨੇ ਵਾਸਤੇ ਲੋਕ ਬਾਗਾਂ ਤੱਕ ਜਾਣ, ਤੇ ਇੱਕ ਉਹ ਨੇ ਜਿਨ੍ਹਾਂ ਨੂੰ ਭਾਈ ਜੇ ਬਨੇਰੇ ਉੱਪਰ ਆਣ ਕੇ ਕਾਂ ਕੁਰਲੀਆਂ ਵੀ ਕਰਨ ਲੱਗੇ ਤੇ ਕਹਿੰਦੇ ਇਹਨੂੰ ਉਡਾ ਦਵੋ, ਕਿੱਥੇ ਆਣ ਕੇ ਸਿਰ ਤੇ ਬੈਠਾ ਹੈ। ਮਹਾਰਾਜ ਪੰਛੀ ਇੱਕ ਦੀ ਆਵਾਜ਼ ਸੁਣਨ ਵਾਸਤੇ ਗਏ, ਇੱਕ ਨੂੰ ਘਰ ਆਏ ਨੂੰ ਉਡਾ ਰਹੇ ਨੇ। ਬਿਰਖਾ ਹੇਠ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਭਗਤ ਨਾਮਦੇਵ ਸਾਹਿਬ ਜੀ ਦਾ ਬਚਨ ਹੈ, ਕਬਹੂ ਖੀਰ ਖਾਂਡ ਘਿਓ ਨਾ ਭਾਵੈ। ਧੰਨ ਬਾਬਾ ਨਾਮਦੇਵ ਸਾਹਿਬ, ਭਗਤ ਨਾਮਦੇਵ ਜੀ ਕਹਿੰਦੇ ਕਦੀ ਸਮਾਂ ਹੁੰਦਾ ਹੈ ਬੰਦਾ ਉਹਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਆਏ ਪੱਕ ਕੇ ਥਾਲ ਵਿੱਚ, ਤੇ ਕਹਿੰਦੇ ਨਾ ਸ਼ੁਕਰੇ ਮਨ ਨੇ ਪੱਕੇ ਹੋਏ ਭੋਜਨ ਵਿੱਚ ਨੁਕਸ ਕੱਢਿਆ, ਕੀ ਬਣਿਆ ਮੈਂ ਨਹੀਂ ਖਾਣਾ। ਭੋਜਨ ਨੂੰ ਕਹਿੰਦੇ ਉਹਨੇ ਪਾਸੇ ਦੁਰਕਾਰ ਦਿੱਤਾ। ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ। ਕਦੇ ਰੱਬ ਦਾ ਟਾਈਮ ਐਸਾ ਆਉਂਦਾ ਹੈ ਉਸ ਦੇ ਉੱਪਰ ਕਦੇ ਭਾਈ ਰੋਟੀ ਖਾਣ ਵਾਸਤੇ ਘਰਾਂ ਦੇ ਵਿੱਚ ਟੁੱਕਰ ਵੀ ਮੰਗਿਆ ਨਹੀਂ ਮਿਲਦਾ। ਸਾਧ ਸੰਗਤ ਜੀ, ਕਬੂ ਘਰ ਘਰ ਟੂਕ ਮੰਗਾਵੈ, ਕਬੂ ਪੂਰਨ ਚਨੇ ਬਿਨਾਵੈ। ਤੇ ਕਦੇ ਫਿਰ ਖਾਣ ਵਾਸਤੇ ਉਹਨੂੰ ਕੂੜਿਆਂ ਦੇ ਵਿੱਚੋਂ ਕਹਿੰਦਾ ਮੈਨੂੰ ਕੋਈ ਮਿਲ ਜਾਣ, ਚਨੇ ਆਦਿ ਕੁਝ ਮਿਲ ਜਾਣ ਪੇਟ ਪੂਰਤੀ ਵਾਸਤੇ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਰੋਜ਼ਾਨਾ ਆਪ ਜੀ ਬਚਨ ਪੜ੍ਹਦੇ ਹੋ। ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਦਰ ਦੀ ਬਾਣੀ ਵਿੱਚ ਰੋਜ਼ਾਨਾ ਬਚਨ ਕਹਿੰਦੇ ਹਨ, ਸਾਹਿਬ ਜੀ ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ ਮਾਲਕਾ। ਦਾਤੇ ਵੀ ਤੇਰੇ ਤੇ ਭਿਖਾਰੀ ਵੀ ਤੇਰੇ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ ਮਾਲਕਾ। ਦਾਤੇ ਵੀ ਤੂੰ ਹੀ ਬਣਾਏ ਨੇ ਤੇ ਭਿਖਾਰੀ ਬਣਾਉਣ ਵਾਲਾ ਵੀ ਤੂੰ ਹੀ ਹੈ। ਉਹ ਵੀ ਤੇਰੇ ਹਨ, ਉਹ ਵੀ ਤੇਰੇ ਹਨ। ਰਹਿਮਤ ਕੀਤੀ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਣ ਪਰਾਰਾ। ਤੇ ਰਹਾਉ ਦੇ ਬਚਨ ਮਹਾਰਾਜ ਜੀ ਦੇ ਆਏ, ਆ ਹਿਰਖਵਾਦ ਨਾ ਕੀਜੈ ਰੇ ਮਨ। ਹਿਰਖ ਗੁੱਸਾ ਗਿਲਾ ਕਰਨਾ। ਕਬੀਰ, ਧੰਨ ਬਾਬਾ ਕਬੀਰ ਸਾਹਿਬ ਦਾ ਸ਼ਲੋਕ, ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ। ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ। ਜੋ ਤੇਰੇ ਚਿੱਤ ਵਿੱਚ ਆਏ ਤੂੰ ਮਰਜ਼ੀ ਜੋ ਮਰਜ਼ੀ ਕਹੀ ਜਾ ਵੀ ਰੱਬ ਜੀ ਏਦਾਂ ਨਹੀਂ, ਫਲਾਣੇ ਨਾਲ ਫਲਾਣਾ ਕੁਝ ਕਰ ਦੇ, ਇਹਦੇ ਨਾਲ ਆਹ ਕਰ ਦੇ। ਮਹਾਰਾਜ ਕਹਿਣੇ ਲੱਗੇ ਤੇਰੇ ਕਿਆ ਕੁਝ ਨਹੀਂ ਹੋਣਾ। ਜੇ ਤੂੰ ਕੂ ਕੂ ਕੇ ਕਵੇ ਨਾ ਪ੍ਰਮਾਤਮਾ ਵੀ ਫਲਾਣੇ ਦਾ ਨੁਕਸਾਨ ਕਰ ਦੇ, ਬਾਬਾ ਕਬੀਰ ਸਾਹਿਬ ਕਹਿਣੇ ਲੱਗੇ ਤੇਰੇ ਕਹਿਣ ਨਾਲ ਨਹੀਂ ਹੋਣਾ। ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ। ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਾਕਾ ਕੋਈ। ਜਿਹੜਾ ਮੇਰੇ ਸਾਹਿਬ ਜੀਆਂ ਨੇ ਕਰਨਾ ਹੋਣਾ ਭਾਈ ਉਹੀ ਹੈ। ਕਰਮ ਕਰੀਮ ਮਾਲਕ ਜੀਆਂ ਨੇ ਜੋ ਭਾਈ ਕਰਨਾ ਵਾਪਰਨਾ ਉਹੀ ਹੈ। ਆ ਫਿਰ ਕਾਹਦੇ ਵਾਸਤੇ ਮਨਾ ਅਹਿਰਖ ਕਰ ਰਿਹਾ ਹੈ। ਆਪ ਜੀ ਰੋਜ਼ਾਨਾ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ,
ਜੀਵ ਦਾ ਇੱਕ ਨਾ ਸਾਧ ਸੰਗਤ ਜੀ ਪ੍ਰਵਿਰਤੀ ਹੈ, ਸਾਡੀ ਜੀਆਂ ਦੀ ਪ੍ਰਵਿਰਤੀ ਹੈ, ਜਿਹੜੀ ਵਸਤੂ ਆਪਣੀ ਥਾਲੀ ਵਿੱਚ ਹੋਵੇ ਉਹਦਾ ਸ਼ੁਕਰਾਨਾ ਨਹੀਂ, ਜਿਹੜੀ ਚੀਜ਼ ਕੋਲ ਨਾ ਹੋਵੇ ਉਹਦਾ ਉਲਾਮਾ ਜ਼ਰੂਰ ਦਿੰਦੇ ਆ। ਮਹਾਰਾਜ ਮੈਨੂੰ ਦਿੱਤਾ ਕੀ ਹੈ, ਮੇਰੇ ਕੋਲ ਹੈ ਕੀ? ਆ ਹਿਰਖਵਾਦ ਨਾ ਕੀਜੈ ਰੇ ਮਨ ਮਨਾ। ਤੂੰ ਕਦੇ ਕਿਸੇ ਗੱਲ ਨੂੰ ਲੈ ਕੇ ਮਾਲਕ ਜੀ ਦੇ ਨਾਲ ਝਗੜੀ ਨਾ, ਸਾਹਿਬ ਦੇ ਨਾਲ ਨਾ ਝਗੜੀ। ਵੇਖ ਤੈਨੂੰ ਦਾਤਾਂ ਦਿੱਤੀਆਂ, 10 ਵਸਤੂਲੇ ਪਾਛੈ ਪਾਵੈ, ਏਕ ਵਸਤ ਕਾਰਨ ਬੇਖੋਟ ਗਵਾਵੈ। ਏਕ ਭੀ ਨਾ ਦੇ 10 ਪੀਹਰ ਲੈ, ਅਹਿਰਖਵਾਦ ਨਾ। ਆ ਹਿਰਖਵਾਦ ਨਾ ਕੀਜੈ ਰੇ ਮਨ ਮਨਾ। ਨਾ ਤੂੰ ਕਦੇ ਵੀ ਮਾਲਕ ਜੀ ਦੇ ਨਾਲ ਨਾ ਲਾਂਭੇ ਕਰੀ। ਉਹਦੇ ਨਾਲ ਤਾਂ ਸਾਹਿਬ ਦੇ ਬਚਨ ਨੇ, ਉਲਾਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਪਾਵਨ ਬਚਨ ਆਪ ਸਭਨਾਂ ਨੂੰ ਕੰਠਾਗਰ ਹੋਣਗੇ। ਉਹ ਪਾਵਨ ਪਵਿੱਤਰ ਬਚਨ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੈ ਤਾਈ। ਤੇ ਜਿੱਥੇ ਸਾਧ ਸੰਗਤ ਜੀ ਉਹ ਬਚਨ ਆਉਂਦੇ ਨੇ, ਜੇ ਸੁਖ ਦੇ ਤਾਂ ਤੁਝੈ ਆਰਾਧੀ, ਅਹਿਰਖਵਾਦ ਨਾ ਕੀਜੈ ਰੇ ਮਨ। ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁਖ ਭੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਮਾਲਕਾ ਜੇ ਤੂੰ ਭੁੱਖ ਵੀ ਦਿੱਤੀ ਤੇ ਇਹਦੇ ਵਿੱਚ ਵੀ ਤੇਰਾ ਮੈਂ ਸ਼ੁਕਰਾਨਾ ਕਰਾਂ ਸਾਹਿਬ, ਕਿ ਮਾਲਕ ਸੱਚੇ ਪਾਤਸ਼ਾਹ ਤੂੰ ਆਪਣੀ ਰਜ਼ਾ ਦੇ ਅੰਦਰ ਰੱਖੀ। ਤੂੰ ਇਸ ਗੱਲ ਨੂੰ ਲੈ ਕੇ ਕਦੇ ਮਨ ਦੇ ਅੰਦਰ ਹਿਰਖ ਨਾ ਕਰ ਵੀ ਸਾਹਿਬ ਸੱਚੇ ਪਾਤਸ਼ਾਹ ਮੇਰੇ ਕੋਲ ਸਾਹਿਬ ਜੀ ਕੁਛ ਨਹੀਂ ਦਿੱਤਾ, ਤੂੰ ਦਾਤਾਂ ਕੁਛ ਨਹੀਂ ਦਿੱਤੀਆਂ। ਇਹ ਅਕਸਰ ਹੀ ਕਿਹਾ ਜਾਂਦਾ ਹੈ ਨਾ, ਬੰਦਾ ਦੁੱਖਾਂ ਤੋਂ ਦੁਖੀ ਨਹੀਂ, ਕਿਸੇ ਦੇ ਸੁੱਖਾਂ ਤੋਂ ਦੁਖੀ ਹੈ। ਵੀ ਫਲਾਣੇ ਦੇ ਕੋਲ ਇੰਨਾ ਕਿੱਥੋਂ ਆਇਆ, ਫਲਾਣੇ ਨੇ ਕਿੱਥੋਂ ਭਾਈ ਕੀਤਾ। ਮਹਾਰਾਜ ਜੀ ਭਾਈ ਦੇਣੇ ਵਾਲੇ ਉਹ ਪਰਮੇਸ਼ਰ ਜੀ ਹਨ। ਸੋ ਧੰਨ ਬਾਬਾ ਕਬੀਰ ਸਾਹਿਬ ਜੀ ਰਹਿਮਤ ਕਰਕੇ ਸਾਨੂੰ ਇਸ ਸ਼ਬਦ ਦੇ ਰਹਾਓ ਵਾਲੇ ਬਚਨਾਂ ਵਿੱਚ ਸਮਝਾ ਰਹੇ ਹਨ। ਅਹਿਰਖਵਾਦ ਨਾ ਕੀਜੈ ਰੇ ਮਨ। ਸੰਬੋਧਨ ਹੋ ਕਰਕੇ ਮਨਾ ਨਾ, ਤੂੰ ਬਾਦ ਵਿਵਾਦ ਨਾ ਕਰੀ, ਝਗੜਾ ਨਾ ਕਰੀ ਉਸ ਸਾਹਿਬ ਦੇ ਨਾਲ, ਬਲਕਿ ਉਹਦੇ ਨਾਲ ਤੂੰ ਪਰਮੇਸ਼ਰ ਦੇ ਪਿਆਰ ਦੇ ਅੰਦਰ ਤੂੰ ਜੁੜ, ਪਰਮੇਸ਼ਰ ਦੇ ਨਾਲ ਤੂੰ ਪਿਆਰ ਦੇ ਨਾਲ ਬੈਠਣਾ ਕਰ। ਸੋ ਕ੍ਰਿਤ ਕਰ ਕਰ ਲੀਜੈ ਰੇ ਮਨ। ਤੇਰੇ ਚਿੱਤ ਵਿੱਚ ਹੈ ਵੀ ਮੇਰੇ ਕੋਲ ਵੀ ਆਵੇ ਧਨ ਪਦਾਰਥ, ਤੇਰੇ ਚਿੱਤ ਵਿੱਚ ਵੀ ਹੈ ਵੀ ਪਾਟ ਪਟੰਬਰ ਮੇਰੇ ਕੋਲ ਵੀ ਆਏ, ਪਲਗ ਨਿਵਾਰਾ ਇਹ ਮੇਰੇ ਪਾਸ ਵੀ ਆਏ। ਤੇ ਬਾਬਾ ਜੀ ਬਖਸ਼ਿਸ਼ ਕਰ ਰਹੇ ਨੇ, ਸੁਕਿਰਤ ਕਰ ਕਰ ਨੇਕ ਕਰਮ ਕਰਦਿਆਂ ਹੋਇਆਂ ਭਾਈ ਤੂੰ ਵੀ 10 ਨੋਹਾਂ ਦੀ ਕਿਰਤ ਕਮਾਈ ਦੇ ਨਾਲ ਕਮਾਉਣਾ ਸ਼ੁਰੂ ਕਰ ਲੈ। ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮੇਰੇ ਮਨਾ, ਤੂੰ ਇਸ ਪ੍ਰਕਾਰ ਸੁਕਿਰਤ ਕਰਦਾ ਹੋਇਆ, ਚੰਗੇ ਕਰਮ ਕਰਦਾ ਹੋਇਆ, 10 ਨੋਹਾਂ ਦੀ ਕਿਰਤ ਕਮਾਈ ਕਰਦਿਆਂ ਹੋਇਆ, ਸਾਹਿਬ ਸੱਚੇ ਪਾਤਸ਼ਾਹ ਕਹਿਣੇ ਲੱਗੇ ਭਾਈ ਤੂੰ ਵੀ ਕਮਾ। ਧੰਨ ਬਾਬਾ ਫਰੀਦ ਸਾਹਿਬ, ਜਦੋਂ ਬਾਬਾ ਫਰੀਦ ਸਾਹਿਬ ਦੇ ਪਾਵਨ ਪਵਿੱਤਰ ਬਚਨਾਂ ਦੇ ਦੀਦਾਰ ਕਰੀਏ, ਸਮਝਾਇਆ ਸਾਹਿਬ ਜੀ ਨੇ ਬਾਣੀ ਵਿੱਚ, ਕੱਲੇ ਕੱਲੇ ਨੁਕਤੇ ਵਿੱਚ ਮੇਰੇ ਸਾਹਿਬ ਜੀ ਨੇ ਸਾਨੂੰ ਉਹ ਵੱਖਰੀ ਗੱਲ ਭਾਈ ਪ੍ਰੇਮ ਸਹਿਤ ਬਾਣੀ ਨਹੀਂ ਪੜ੍ਹ ਸਕੇ। ਬਾਬਾ ਫਰੀਦ ਸਾਹਿਬ ਜੀਆਂ ਦੇ ਬਚਨ ਆਉਂਦੇ ਨੇ, ਫਰੀਦਾ ਜਿਸ ਵਕਤ ਤੇਰੇ ਪਾਸ ਜੋ ਪ੍ਰਮਾਤਮਾ ਨੇ ਤੈਨੂੰ ਖਾਣੇ ਵਾਸਤੇ, ਭੋਗਣੇ ਵਾਸਤੇ ਨੇ, ਭੁੰਚਣ ਵਾਸਤੇ ਦਿੱਤਾ, ਸ਼ੁਕਰਾਨੇ ਵਿੱਚ ਰਹਿ। ਰੁੱਖੀ ਮਿੱਸੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਦੁੱਖ ਆਰੰਭ ਕਿੱਥੋਂ ਹੁੰਦੇ ਹਨ, ਧਿਆਨ ਦਿਓ, ਦੁੱਖ ਆਰੰਭ ਕਿੱਥੋਂ ਹੁੰਦੇ ਹਨ। ਪਾਵਨ ਨੁਕਤੇ ਵਿੱਚੋਂ, ਬਚਨ ਵਿੱਚੋਂ। ਅੱਜ ਗਵਾਂਢੀ ਨੇ ਭਾਈ ਮਿਹਨਤ ਮੁਸ਼ੱਕਤ ਕਰਦਿਆਂ ਕਿਸੇ ਨੇ ਭਾਈ ਗੱਡੀ ਕਢਾ ਲਈ, ਕੁਛ ਸਮਾਨ ਆਦਿ ਖਰੀਦ ਕੇ ਲੈ ਆਂਦਾ। ਬਾਬਾ ਫਰੀਦ ਸਾਹਿਬ ਸਮਝਾਉਣੇ ਲੱਗੇ, ਸੱਜਣਾ ਹੁਣ ਤੂੰ ਸੁਚੇਤ ਰਵੀ, ਤੇਰੇ ਘਰ ਅੱਗ ਆਏਗੀ। ਅੱਗ ਮਹਾਰਾਜ ਅੱਗ ਕਿਉਂ ਆਏਗੀ? ਕਹਿੰਦੇ ਅੱਗ ਇਸ ਕਰਕੇ ਆਏਗੀ ਵੀ ਹੁਣ ਗਵਾਂਢੀ ਤਾਂ ਖਰੀਦ ਕਰਕੇ ਲੈ ਆਇਆ, ਤੂੰ ਜਾਂ ਤੇਰੇ ਬੱਚੇ ਨੇ ਕਿਹਾ ਬਾਪੂ ਜਦੋਂ ਤੱਕ ਆਪਾਂ ਇਹਦੇ ਨਾਲ ਦਾ ਸਾਧਨ ਜਾਂ ਇਹਦੇ ਨਾਲ ਦੀ ਵਸਤੂ ਖਰੀਦ ਕੇ ਘਰ ਵਿੱਚ ਨਹੀਂ ਲੈ ਕੇ ਆਉਂਦੇ ਬਈ ਉਦੋਂ ਤੱਕ ਨਹੀਂ ਚੈਨ ਨਾਲ ਬੈਠੇ ਜਾਣਾ।
ਬਾਬਾ ਫਰੀਦ ਸਾਹਿਬ ਕਹਿਣੇ ਲੱਗੇ ਵੀ ਤੇਰੇ ਕੋਲ ਇੰਨੀ ਹੁਣ ਪੂੰਜੀ ਤੇਰੇ ਕੋਲ ਹੈ ਕੋਈ ਨਹੀਂ ਵੀ ਮੈਂ ਪੂੰਜੀ ਲੈ ਕੇ ਆਵਾਂ, ਇੰਨਾ ਪੈਸਾ ਕੋਲ ਸੀ ਨਹੀਂ ਵੀ ਮੈਂ ਇੰਨੀ। ਫਿਰ ਭਾਈ ਉਹਦੇ ਵਾਸਤੇ ਕੀ ਕੀਤਾ? ਉਹਦੇ ਵਾਸਤੇ ਹੁਣ ਹੋਰ ਜਿਹੜੇ ਕੋਈ ਗਲਤ ਰਸਤੇ ਸਨ ਭਾਈ ਉਹ ਚੁਣ ਲਏ। ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਹੈ ਇਹ ਨਿਰੀ ਅੱਗ ਭਾਈ, ਫਿਰ ਜਿਹਦੇ ਨਾਲ ਤੂੰ ਆਪਣੇ ਰਸਤੇ ਤੋਂ ਡੋਲ ਗਿਆ। ਤੇ ਜੇ ਤੂੰ ਪਾਵਨ ਬਾਣੀ ਪੜ੍ਹੇ, ਸਾਹਿਬ ਜੀ ਕਾ ਸ਼ੁਕਰਾਨਾ ਕਰਦਿਆਂ ਕਵੇਂ ਨਾ ਮਾਲਕਾ ਜਿੰਨਾ ਤੂੰ ਦਿੱਤਾ ਮੈਂ ਇਸੇ ਵਿੱਚ ਪ੍ਰਸੰਨ, ਰੁੱਖੀ ਮਿੱਸੀ ਖਾਏ ਕਾ ਠੰਡਾ ਪਾਣੀ ਪੀਓ ਦਾ ਕੇਵਲ ਅਰਥ ਉੱਥੇ ਪ੍ਰਸ਼ਾਦ ਪਾਣੀ ਨਾਲ ਨਹੀਂ ਹੈ, ਨਾਲ ਸਾਧ ਸੰਗਤ ਧਨ ਪਦਾਰਥ ਦੂਸਰਾ ਵੀ ਮਾਲਕਾ ਤੇਰਾ ਦਿੱਤਾ ਬਹੁਤਾਤ ਵਿੱਚ ਤੇਰਾ ਕੋਟਾਨ ਕੋਟ ਰੋਮ ਰੋਮ ਕਰਕੇ ਸਾਹਿਬ ਤੇਰਾ ਧੰਨਵਾਦ। ਸੋ ਕ੍ਰਿਤ ਕਰ ਕਰ ਲੀਜੈ ਰੇ ਮਨ ਹੈ ਮਨਾ, ਤੂੰ ਮਾਲਕ ਜੀ ਦੀ ਰਜ਼ਾ ਦੇ ਅੰਦਰ ਰਹਿੰਦਿਆਂ ਨੇਕ ਕਿਰਤ ਕਮਾਈ ਕਰਦਿਆਂ ਤੂੰ ਵੀ ਵਿਹਾਜ ਰਹਾਉ। ਕੁਮਾਰਾ ਏਕ ਜੋ ਮਾਟੀ ਗੂੰਦੀ, ਬਹੁ ਬਿਦ ਬਾਨੀ ਲਾਈ। ਹੁਣ ਮੇਰੇ ਸਾਹਿਬ ਜੀ ਨੇ ਉਦਾਹਰਣ ਦਿੱਤੀ, ਬਾਬਾ ਕਬੀਰ ਸਾਹਿਬ ਜੀ ਨੇ ਕੁਮਾਰਾ, ਕੁਮਾਰ ਵੀਰ ਜਦੋਂ ਮਿੱਟੀ ਗੁੰਨਦੇ ਨੇ, ਜਦੋਂ ਘੜੇ ਆਦਿ ਬਣਾਉਂਦੇ ਨੇ, ਬਰਤਨ ਬਣਾਉਂਦੇ ਮਿੱਟੀ ਦੇ, ਕੁਮਾਰਾ ਏਕ ਜੋ ਮਾਟੀ ਗੁੰਦੀ, ਮਿੱਟੀ ਪੁੱਟ ਕੇ ਲਿਆਇਆ ਇੱਕੋ ਥਾਂ ਤੋਂ ਲਿਆਂਦੀ ਤੇ ਮਿੱਟੀ ਨੂੰ ਲਿਆ ਕੇ ਕਈ ਦਿਨ ਪਾਣੀ ਪਾ ਕੇ ਗੁੰਨਦਾ ਰਿਹਾ ਚੰਗੀ ਤਰ੍ਹਾਂ। ਮਿੱਟੀ ਨੂੰ ਗੁੰਨ ਕਰਕੇ ਬਹੁਵਿਧ ਬਾਨੀ ਲਾਈ, ਬਹੁਵਿਧ ਬਾਨੀ ਲਾਈ। ਫਿਰ ਬੜੇ ਰੰਗ ਢੰਗਾਂ ਦੇ ਨਾਲ ਉਹਨੂੰ ਸਾਧ ਸੰਗਤ ਜੀ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਬਰਤਨਾਂ ਨੂੰ ਇੱਕੋ ਥਾਂ ਤੋਂ ਮਿੱਟੀ ਲੈ ਕੇ ਆਇਆ, ਇੱਕੋ ਥਾਂ ਤੋਂ ਉਹਨੇ ਗੁੰਨੀ, ਇੱਕੋ ਚੱਕ ਤੇ ਆਣ ਕੇ ਘੁਮਾਈ ਤੇ ਫਿਰ ਨਾਲ ਉਹਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਬਹੁਵਿਧ ਬਾਨੀ ਲਾਈ। ਬੜੀ ਉਹਨੂੰ ਬਰਤਨਾਂ ਨੂੰ ਰੰਗਤ ਦਿੱਤੀ ਹੈ। ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ। ਔਰ ਕਈ ਹੁਣ ਬਰਤਨਾਂ ਦੇ ਅੰਦਰ ਸਾਧ ਸੰਗਤ ਜੀ ਮੋਤੀ ਮੁਕਤਾਹਲ, ਭਾਂਡਿਆਂ ਦੇ ਅੰਦਰ ਮੋਤੀਆਂ ਦੀਆਂ ਮਾਲਾ ਪੈ ਗਈਆਂ। ਜਿਵੇਂ ਪਹਿਲਾਂ ਆਪਾਂ ਬਚਨ ਪੜਿਆ, ਕਿਸੇ ਵਿੱਚ ਦੁੱਧ ਤੇ ਕਿਸੇ ਵਿੱਚ ਪਾਣੀ ਵਿੱਚ ਰਿੱਝਦਾ ਰਿਹਾ ਹੈ। ਕਾਹੂ ਮਹਿ ਮੋਤੀ ਮੁਕਤਾਹਲ, ਮੋਤੀਆਂ ਦੀ ਮਾਲਾ ਕਈ ਭਾਂਡਿਆਂ ਦੇ ਅੰਦਰ। ਹੁਣ ਦੂਸਰਾ ਬਚਨ ਕਾਹੂ ਬਿਆਦ ਲਗਾਈ। ਬਿਆਦ ਦਾ ਅਰਥ ਭਾਵ ਜਿਹੜੇ ਰੋਗ ਆਦਿ ਨੇ, ਤਨ ਨੂੰ ਪਾਈ ਰੋਗ ਆਦਿ ਲੱਗਦੇ ਨੇ। ਤੇ ਕਈ ਭਾਂਡੇ ਉਹ ਨੇ ਜਿਨ੍ਹਾਂ ਵਿੱਚ ਨਸ਼ੇ ਕੱਢਣ ਦੇ ਵਾਸਤੇ ਜਾਂ दारू ਪਾ ਲਈ, ਜਾਂ ਕਈ ਮੱਟਾਂ ਦੇ ਅੰਦਰ ਸਾਧ ਸੰਗਤ ਜੀ ਜਿਵੇਂ दारू ਨੂੰ ਬਣਾਉਣ ਤੋਂ ਪਹਿਲਾਂ ਤਰਕਾਉਂਦੇ ਨੇ। ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਵੀ ਇੱਕ ਭਾਂਡਿਆਂ ਵਿੱਚ ਮੋਤੀਆਂ ਦੀ ਮਾਲਾ ਪੈ ਗਈ ਔਰ ਇਕਨਾ ਭਾਂਡਿਆਂ ਦੇ ਅੰਦਰ ਭਾਈ दारू ਪਾ ਲਈ, ਜਿਸ ਨਸ਼ੇ ਨੇ ਸਾਧ ਸੰਗਤ ਜੀਓ ਤਨ ਨੂੰ ਰੋਗ ਦੇ ਦਿੱਤਾ, ਵਿਆਧ ਦੇ ਦਿੱਤੀ। ਕਹਿੰਦੇ ਬਣੇ ਤਾਂ ਦੋਵੇਂ ਭਾਂਡੇ ਇੱਕੋ ਥਾਂ ਤੋਂ ਮਾਲਕਾ, ਆਪੇ ਸਾਜੇ ਕਰੇ ਆਪ, ਜਾਏ ਪੇ ਰੱਖੇ ਆਪ। ਮਾਲਕ ਸੱਚੇ ਪਾਤਸ਼ਾਹ ਸਾਜਣ ਵਾਲਾ ਵੀ ਤੂੰ ਹੈ, ਮਾਲਕ ਸੱਚੇ ਪਾਤਸ਼ਾਹ ਬਣਾਉਣ ਵਾਲਾ ਵੀ ਤੂੰ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ। ਕਿਸੇ ਭਾਂਡਿਆਂ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਮੋਤੀਆਂ ਦੀ ਮਾਲਾ ਪੈ ਗਈ, ਕਿਸੇ ਦੇ ਅੰਦਰ ਸਾਹਿਬ ਜੀ ਭਾਵ ਨਸ਼ੇ ਆਦਿ ਉਹਨਾਂ ਬਰਤਨਾਂ ਦੇ ਅੰਦਰ ਰੱਖੇ ਗਏ। ਸਾਜੇ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ। ਸੂਮਹਿ ਧਨ ਰਾਖਨ ਕਉ ਦੀਆ, ਮੁਗਧ ਕਹੈ ਧਨ ਮੇਰਾ। ਸੂਮੈ ਕਹਿੰਦੇ ਨੇ ਸ਼ੂਮ ਕੰਜੂਸ, ਧਨ ਰਾਖਣ ਕੋ ਦੀਆ, ਪਰਮੇਸ਼ਰ ਨੇ ਧਨ ਦਿੱਤਾ ਰੱਖਣ ਵਾਸਤੇ। ਮੁਗਧ ਕਹਿੰਦੇ ਨੇ ਮੂਰਖ, ਕਹੈ ਧਨ ਮੇਰਾ, ਮੂਰਖ ਕਹਿੰਦਾ ਵੀ ਇਹ ਸਾਰਾ ਹੁਣ ਮੇਰਾ ਹੀ ਹੈ। ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹੈ ਧਨ ਮੇਰਾ, ਇਹ ਕਹਿੰਦਾ ਵੀ ਮੇਰਾ ਹੈ ਜਦੋਂ ਕਿ ਮੇਰਾ ਨਹੀਂ ਹੈ। ਪਰਿਪੂਰਨ ਪਰਮਾਤਮਾ ਨੇ ਜੀਵ ਨੂੰ ਭਾਵੇਂ ਧਨ ਪਦਾਰਥ ਸੰਪਦਾ ਸੰਚਨ ਵਾਸਤੇ ਦਿੱਤੀ, ਇਹਨੇ ਬਸ ਇਹਦੇ ਨਾਲ ਹੀ ਕਹਿ ਦਿੱਤਾ ਵੀ ਇਹ ਸਾਰਾ ਕੁਝ ਭਾਵ ਮੇਰਾ, ਅੰਤ ਕਾਲ ਸਦੀਵੀ ਸਮੇਂ ਤੱਕ ਮੇਰਾ। ਮਹਾਰਾਜ ਰਹਿਮਤ ਕਰ ਰਹੇ ਹਨ ਪਾਵਨ ਪਵਿੱਤਰ ਬਾਣੀ ਅੰਦਰ। ਸਾਹਿਬ ਜੀ ਨੇ ਨੇਕਾਂ ਥਾਵਾਂ ਤੇ ਖਸਮ ਮਰੈ ਤੋ ਨਾਰ ਨਾ ਰੋਵੈ, ਧੰਨ ਬਾਬਾ ਕਬੀਰ ਸਾਹਿਬ ਜੀ ਦਾ ਹੀ ਬਚਨ ਹੈ। ਕਹਿੰਦੇ ਮਾਇਆ ਕਿਸੇ ਦੀ ਨਹੀਂ ਸੱਜਣਾ, ਜੇ ਤੂੰ ਕਹਿਣਾ ਨਾ ਮਾਇਆ ਮੇਰੀ, ਮਾਇਆ ਕਿਸੇ ਦੀ ਨਹੀਂ ਹੋਈ।
ਮੁਗਧ ਕਹੈ ਧਨ ਮੇਰਾ, ਮੇਰਾ ਕਹਿੰਦਾ ਬਾਬਾ ਕਬੀਰ ਸਾਹਿਬ ਦਾ ਹੀ ਪਾਵਨ ਪਵਿੱਤਰ ਬਚਨ ਹੈ। ਮੁੱਖ ਵਾਕ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਬਾਬਾ ਕਬੀਰ ਸਾਹਿਬ ਦਾ ਪੜ੍ਹੀਏ ਇਸ ਪੰਕਤੀ ਤੇ। ਖਸਮ ਮਰੈ ਤੋ ਨਾਰ ਨਾ ਰੋਵੈ। ਘਰ ਵਾਲੇ ਦੀ ਮੌਤ ਹੋਈ ਖਸਮ ਦੀ, ਤੇ ਘਰ ਵਾਲੀ ਨੇ ਇੱਕ ਵਾਰ ਵੀ ਅਥਰੂ ਨਾ ਸੁੱਟਿਆ। ਮਹਾਰਾਜ ਕਿਸ ਦੀ ਬਾਤ ਹੈ ਇੱਥੇ? ਕਿਸ ਘਰ ਵਾਲੀ? ਕਿਹੜਾ ਘਰ ਵਾਲਾ? ਮਹਾਰਾਜ ਕਹਿੰਦੇ ਖਸਮ ਜਿਨੇ ਭਾਵ ਮਾਇਆ ਰੱਖੀ, ਤੇ ਘਰ ਵਾਲੀ ਮਾਇਆ। ਖਸਮ ਮਰੈ ਤੋ ਨਾਰ ਨਾ ਰੋਵੈ। ਕਹਿੰਦੇ ਨਾਰ ਰੋਈ ਕਿਉਂ ਨਾ? ਨਾਰ ਇਸ ਕਰਕੇ ਨਾ ਰੋਈ, ਉਹਨੇ ਕਿਹਾ ਵੀ ਮੈਨੂੰ ਤਾਂ ਰੱਖਣ ਵਾਲੇ ਬਥੇਰੇ ਆ ਜਾਣਗੇ, ਰੋਵਾਂ ਤਾਂ ਜੇ ਮੈਨੂੰ ਕੋਈ ਰੱਖਣ ਵਾਲਾ ਨਾ ਆਵੇ। ਗੁਰਮੁਖੋ ਅਜੇ ਤਾਂ ਸਾਧ ਸੰਗਤ ਜੀਓ ਜਿਹਦੀ ਮੌਤ ਹੋਈ ਹੋਵੇ, ਉਹਦਾ ਭਾਵੇਂ ਸੰਸਕਾਰ ਨਾ ਹੋਇਆ ਹੋਵੇ, ਵੰਡਣ ਵਾਲੇ ਵੰਡੀਆਂ ਪਾਉਣ ਵਾਲੇ ਪਹਿਲਾਂ ਸਰਾਣੇ ਖਲੋਤੇ ਹੁੰਦੇ ਹਨ। ਮਾਇਆ ਕਹਿੰਦੀ ਮੈਨੂੰ ਰੋਣ ਦੀ ਕੀ ਲੋੜ ਹੈ, ਮੈਨੂੰ ਚਿੰਤਾ ਕਰਨ ਦੀ ਕੀ ਲੋੜ, ਮੈਨੂੰ ਤਾਂ ਰੱਖਣ ਵਾਲੇ ਆਣ ਕੇ ਪਹਿਲਾਂ ਖਲੋਤੇ ਨੇ ਸਰਾਣੇ। ਜਿਹੜੀ ਮਾਇਆ ਬਾਰੇ ਤੂੰ ਕਹਿੰਦਾ ਸੈ ਨਾ, ਇਹ ਪੈਲੀ ਭੋਏ ਮੇਰੀ, ਭਾਂਡਾ ਮੇਰਾ, ਇਹ ਸੰਪਦਾ ਮੇਰੀ। ਮਹਾਰਾਜ ਕਹਿਣ ਲੱਗੇ ਖਸਮ ਮਰੈ ਤਉ ਨਾਰ ਨਾ ਰੋਵੈ। ਉਸ ਰਖਵਾਰਾ ਔਰੋ ਹੋਵੈ। ਰੱਖਣ ਵਾਲੇ ਭਾਈ ਉਹਨੂੰ ਬੜੇ ਆ ਜਾਣਗੇ, ਉਹ ਨਹੀਂ ਰੋਂਦੀ। ਭਾਵ ਜੀਵ ਦਾ ਤੇਰਾ ਭੁਲੇਖਾ ਹੈ ਵੀ ਇਹ ਮੇਰਾ ਹੈ, ਇਹ ਮੇਰਾ। ਮਹਾਰਾਜ ਕਹਿਣ ਲੱਗੇ ਤੇਰਾ ਕੁਛ ਨਹੀਂ। ਹਾਂ ਤੇਰਾ ਕੀ ਹੈ? ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਪੀਸਤ ਪੀਸਤ ਚਾਬਿਆ, ਜਿੰਨਾ ਕੁ ਪੀਂਦਿਆ ਪੀਂਦਿਆ ਫੱਕਾ ਮਾਰ ਲਿਆ ਆਟੇ ਦਾ, ਬਸ ਉਹਨਾਂ ਕੁ ਤੇਰਾ ਹੈ, ਹੋਰ ਬਾਕੀ ਤੇਰਾ ਨਹੀਂ ਹੈ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਵੇਰਾ। ਤੇ ਜਦੋਂ ਫਿਰ ਜਮ ਡੰਡਾ ਗਲ ਸੰਗਲ ਪੜਿਆ, ਜਦੋਂ ਫਿਰ ਜਮ ਕਾ ਡੰਡ ਮੂੰਡ ਮੈਂ ਲਾਗੈ ਭਾਈ, ਉਦੋਂ ਅੱਖਾਂ ਖੋਲਦੇ ਹਨ ਵੀ ਤੇਰਾ ਆਪਣਾ ਕੀ ਹੈ। ਖਿਨ ਮੈਂ ਕਰੈ ਨਵੇਰਾ ਭਾਈ, ਖਿਨ ਪਲਕ ਚਮਕਦੇ ਸਮੇਂ ਦੇ ਅੰਦਰ ਹੀ ਮਹਾਰਾਜ ਜੀ ਨਿਬੇੜੇ ਕਰ ਦਿੰਦੇ ਹਨ। ਜਮ ਕਾ ਡੰਡ ਮੂੰਡ ਮੈਂ ਲਾਗੈ, ਜਦੋਂ ਇਹ ਕਹਿੰਦਾ ਨਾ ਵੀ ਇਹ ਵੀ ਧਨ ਪਦਾਰਥ ਮੇਰਾ, ਇਹ ਸੰਪਦਾ ਮੇਰੀ, ਮਹਾਰਾਜ ਕਹਿਣ ਲੱਗੇ ਸੱਜਣਾ ਨਾ, ਐਸਾ ਨਹੀਂ ਹੈ। ਹਾਂ ਇਹ ਸੰਸਾਰ ਦੇ ਅੰਦਰ ਵਿਚਰਨ ਦੇ ਵਾਸਤੇ ਧਨ ਪਦਾਰਥ ਸੰਪਦਾ ਦਿੱਤੀ, ਪਰ ਇਹਨਾਂ ਦੇ ਨਾਲ ਹੀ ਜਦੋਂ ਬਾਣੀ ਆਪਾਂ ਪੜ੍ਹਨੇ ਆ ਨਾ ਸਾਧ ਸੰਗਤ ਜੀ, ਸਾਹਿਬ ਜੀ ਕੇ ਪਾਵਨ ਪਵਿੱਤਰ ਬਚਨ ਕੁਚੱਜੀ, ਕੁਚੱਜੀ ਸਿਰਲੇਖ ਦੇ ਹੇਠ ਜਿਹੜਾ ਸ਼ਬਦ ਹੈ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਅਸ। ਮੈਂ ਤਾਂ ਇਹਨਾਂ ਨੂੰ ਵੇਖ ਵੇਖ ਕੇ ਭੁੱਲ ਹੀ ਗਈ ਵੀ ਹਾਂ ਹੋਰ ਕੰਮ ਵੀ ਨੇ। ਮੈਂ ਤਾਂ ਬਸ ਜੋ ਸਮਝਿਆ ਆਪਣੇ ਮਕਾਨ ਨੂੰ ਹੀ ਸਮਝ ਲਿਆ। ਬਾਬਾ ਜੀ ਦੇ ਪਾਵਨ ਬਚਨ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼੍ਰੀ ਰਾਗ ਦਾ ਪਾਵਨ ਸ਼ਬਦ ਹੈ। ਬੰਦਾ ਕਹਿੰਦਾ ਵੀ ਮੈਂ ਕੋਠੀ ਬਣਾਉਣੀ ਸ਼ੁਰੂ ਕੀਤੀ। ਧਿਆਨ ਦਿਓ, ਮਕਾਨ ਬਣਾਉਣਾ ਸ਼ੁਰੂ ਕਰਦਾ ਨਾ ਬੰਦਾ, ਕਿੰਨੇ ਵਰੇ ਲੰਘ ਗਏ, 5 ਸਾਲ ਵਿੱਚ ਕੋਠੀ ਖੜੀ, ਫਿਰ ਬਾਅਦ ਵਿੱਚ ਆਹ ਕੰਮ ਕੀਤਾ ਜੀ, ਆਹ ਕੀਤਾ। ਸ਼੍ਰੀ ਰਾਗ ਪਾਵਨ ਰਾਗ ਦਾ ਸ਼ਬਦ ਹੈ। ਸਾਹਿਬ ਜੀ ਦੇ ਕਹਿੰਦੇ ਜੋ ਘਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ, ਜਿੱਥੈ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਭਾਈ ਇੱਥੇ ਓਏ ਪਰਦੇਸੀਆ, ਹਾਂ ਭਾਈ ਇੱਥੇ ਤਾਂ ਆਪਾਂ ਪਰਦੇਸੀ ਬਣ ਕੇ ਆਏ ਹਾਂ। ਕੋਈ 5 ਸਾਲ, ਕੋਈ 7 ਸਾਲ, ਕੋਈ 10 ਸਾਲ, ਕੋਈ 20 ਸਾਲ ਬਾਅਦ ਘਰ ਪਰਤਦਾ ਹੈ। ਪਰਤਣਾ ਸਾਰਿਆਂ ਨੇ ਹੈ, ਕੋਈ ਪੱਕਾ ਨਹੀਂ ਇਸ ਪੇਕੇ ਸੰਸਾਰ ਵਿੱਚ ਰਿਹਾ, ਸਭਨਾ ਸਹੁਰਾ ਵੰਜਣਾ ਹੈ। ਪਰ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਇਹਨਾਂ ਵਿੱਚ ਹੀ ਬਸ ਭਰਮ ਕੇ ਰਹਿ ਗਿਆ, ਬਸ ਆਈ ਮੇਰਾ ਹੈ, ਅਖੀਰ ਤੱਕ ਹੀ ਮੇਰਾ। ਪਰ ਜਮਕਾ ਡੰਡ ਮੂੰਡ ਮੈਂ ਲਾਗਾ, ਖਿਨ ਮੈਂ ਕਰੈ ਨਵੇਰਾ। ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਹੁਣ ਗੁਰਮੁਖੋ ਸਾਰੇ ਪਾਵਨ ਬਚਨ ਵਿੱਚ ਮਹਾਰਾਜ ਜੀਆਂ ਨੇ ਸਮਝਾਉਣਾ ਕੀਤਾ। ਇਸ ਪੰਕਤੀ ਵਿੱਚ ਹਰੀ ਦੇ ਜਨ ਦੀ ਗੱਲ ਆਈ। ਹਰੀ ਦਾ ਜਨ, ਹਰੀ ਦਾ ਸੇਵਕ, ਹਰ ਜਨ ਊਤਮ ਭਗਤ ਸਦਾਵੈ, ਉਹਦਾ ਭਗਤ ਹੈ। ਕਿਵੇਂ ਭਗਤ ਹੈ ਜੀ? ਆਗਿਆ ਮਨ ਸੁਖ ਪਾਈ, ਉਹਨੇ ਆਗਿਆ ਮੰਨ ਕੇ ਸੁਖ ਪਾਇਆ। ਉਹ ਹਰੀ ਦਾ ਜਨ ਉਹਦੀ ਆਗਿਆ ਦੇ ਵਿੱਚ ਰਿਹਾ। ਹਰੀ ਦਾ ਸੇਵਕ ਜਨ ਉਹਦੇ ਹੁਕਮ ਦੇ ਅੰਦਰ, ਉਹਦੀ ਰਜ਼ਾ ਦੇ ਅੰਦਰ, ਉਹਦੇ ਕਹਿਣੇ ਵਿੱਚ, ਸਾਹਿਬ ਦੇ ਕਹਿਣੇ ਵਿੱਚ ਰਿਹਾ ਤੇ ਉਹਨੇ ਵੱਡਾ ਸੁਖ ਪਾਇਆ। ਜੋ ਗੁਰ ਕਹੈ ਸੋਈ ਭਲ ਮਾਨੋ ਵਾਲੀ ਖੇਡ ਸਾਧ ਸੰਗਤ ਜੀ। ਆਗਿਆ ਮਨ ਸੁਖ ਪਾਈ, ਆਗਿਆ ਦੇ ਵਿੱਚ ਸਾਧ ਸੰਗਤ ਜੀ ਰਹਿ ਕਰਕੇ ਉਹਨੇ ਸੁਖ ਪਾਇਆ ਹੈ।
ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਜੋ ਤਿਸ ਭਾਵੈ ਸਤ ਕਰ ਮਾਨੈ, ਜੋ ਮਾਲਕ ਦਾ ਭਾਣਾ ਉਹਨੂੰ ਸਤ ਕਰਕੇ ਮੰਨਦਾ ਹੈ। ਜੋ ਤਿਸ ਭਾਵੈ ਸਤ ਕਰ ਮਾਨਾ, ਉਹਨੂੰ ਸੱਚ ਕਰਕੇ ਮੰਨਣਾ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਸਾਹਿਬ ਜੀ ਦੇ ਜੀਵਨ ਦਾ ਦੀਦਾਰ ਕਰਨੇ ਹਾਂ। ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਹਿ ਦੇਣਾ ਬੜਾ ਸਾਧ ਸੰਗਤ ਜੀ ਸੌਖਾ ਹੈ ਨਿਜ ਜੀਵਨ ਦੇ ਅੰਦਰ ਕਿ ਭਾਣਾ ਮੰਨ ਲੈਣਾ, ਪਰ ਜਿਸ ਤਨ ਲੱਗਦੀ, ਜਦੋਂ ਤਨ ਦੇ ਉੱਪਰ ਆਣ ਕੇ ਲੱਗੀ, ਕੋਈ ਵਿਰਲੇ ਹੀ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਂਦੇ ਨੇ, ਵੱਡੇ ਵੱਡੇ ਡੋਲ ਵੀ ਜਾਂਦੇ ਹਨ। ਵੀ ਭਾਣਾ ਮੰਨਣਾ ਹੈ ਉਹਦੇ ਹੁਕਮ ਦੇ ਅੰਦਰ। ਭਾਣੇ ਦੀ ਖੇਡ ਨੂੰ ਸਾਧ ਸੰਗਤ ਕਥਾ ਦੇ ਵਿੱਚ ਦੋ ਸ਼ਬਦ ਕਹਿਣੇ ਵੀ ਮੰਨ ਲਓ ਭਾਣਾ, ਪਰ ਜਿੱਦਣ ਤਨ ਦੇ ਉੱਪਰ ਆਣ ਕੇ ਬੀਤਦੀ ਹੈ ਸਾਧ ਸੰਗਤ ਜੀ, ਉਸ ਦਿਨ ਇਹ ਭਾ ਦਾ ਪਤਾ ਲੱਗਦਾ ਵੀ ਭਾਣਾ ਸ਼ਬਦ ਹੁੰਦਾ ਕੀ ਹੈ। ਕਲਗੀਧਰ ਮਹਾਰਾਜ ਜੀਆਂ ਦੇ ਬਾਬਤ ਕਵੀ ਜੋਗੀ ਅੱਲਾ ਯਾਰ ਖਾਂ ਜੀ ਨੇ ਚਮਕੌਰ ਸਾਹਿਬ ਦੀ ਗੜੀ ਦਾ ਦ੍ਰਿਸ਼ ਜਦੋਂ ਉਹਨਾਂ ਨੇ ਬਿਆਨ ਕੀਤਾ ਰਚਨਾ ਵਿੱਚ, ਸ਼ਾਮਾਂ ਪਈਆਂ, ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀਆਂ ਦਾ ਪਰਿਵਾਰ ਵਿਛੋੜਾ ਹੋਇਆ। ਮਾਤਾਵਾਂ ਭਾਈ ਮਣੀ ਸਿੰਘ ਸਾਹਿਬ ਜੀ ਦਿੱਲੀ ਦੀ ਧਰਤੀ ਨੂੰ ਚਲੇ ਗਏ। ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤ ਗੁਜਰ ਕੌਰ ਜੀ ਗੰਗੂ ਸਹੇੜੀ ਦੇ ਨਾਲ ਉਹਦੇ ਨਗਰ ਨੂੰ ਉੱਥੇ ਵਿਛੋੜਾ। ਸਾਹਿਬ ਜੀ ਦੇ ਨਾਲ ਵੱਡੇ ਲਖਤੇ ਜ਼ਿਗਰ ਧੰਨ ਬਾਬਾ ਅਜੀਤ ਸਿੰਘ ਸਾਹਿਬ, ਧੰਨ ਬਾਬਾ ਜੁਝਾਰ ਸਿੰਘ ਸਾਹਿਬ ਕੋਲ ਨੇ। ਸਰਸਾ ਨਦੀ ਦੇ ਵਿੱਚੋਂ ਨਿਕਲ ਕਰਕੇ ਆਏ ਨੇ, ਕੱਪੜੇ ਪਾਣੀ ਦੇ ਨਾਲ ਭਰੇ ਹੋਏ ਨੇ, ਬਸਤਰ ਸਾਰਿਆਂ ਦੇ ਗਿੱਲੇ ਨੇ, ਖਾਣ ਵਾਸਤੇ ਕੋਈ ਪਦਾਰਥ ਕੋਈ ਨਹੀਂ। ਇੱਥੇ ਜੋਗੀ ਅੱਲਾ ਯਾਰ ਖਾਂ ਜਿਹੜਾ ਉਹਨਾਂ ਨੇ ਬਚਨ ਅੱਗੇ ਲਿਖਿਆ, ਸ਼ੇਰ ਉਹਨਾਂ ਨੇ ਰਚਨਾ ਉਹਨਾਂ ਨੇ ਲਿਖੀ, ਕਹਿੰਦੇ ਸ਼ਾਮਾਂ ਪਈਆਂ, ਕਲਗੀਧਰ ਮਹਾਰਾਜ ਜੀ ਧੌਣ ਨੀਵੀਂ ਕਰਕੇ ਬੈਠੇ ਸਨ। ਕਲਗੀਧਰ ਮਹਾਰਾਜ ਧੌਣ ਨੀਵੀਂ ਕਰਕੇ ਬੈਠੇ। ਕਹਿੰਦੇ ਨੀਵੀਂ ਇਸ ਕਰਕੇ ਤਾਂ ਨਹੀਂ ਕੀਤੀ ਵੀ ਦੁੱਖ ਆਇਆ ਪਰਮਾਤਮਾ ਨੂੰ ਲਾਂਭਾ ਦੇ ਰਹੇ ਨੇ, ਨਹੀਂ, ਜਾਂ ਦੇਖਾ ਤੋ ਬੈਠੇ ਥੇ ਗਰਦਨ ਕੋ ਝੁਕਾ ਕਰ। ਕਹਿੰਦੇ ਧੌਣ ਨੀਵੀਂ ਕਰਕੇ ਬੈਠੇ ਨੇ। ਕੀ ਕਹਿ ਰਹੇ ਨੇ? ਵਾਹਿਗੁਰੂ 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 ਹੈ, ਮੂੰਹ ਸੇ ਨਿਕਲਤਾ ਹੈ ਤੂੰ, ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਕਹਿੰਦੇ ਪਰਮਾਤਮਾ ਦੇ ਸ਼ੁਕਰਾਨੇ ਅੰਦਰ ਨੇ, ਪਰਮਾਤਮਾ ਤੂੰ ਹੀ ਤੂੰ। ਤੇ ਕੀ ਕਹਿ ਰਹੇ ਨੇ? ਮੈਂ ਤੇਰਾ ਹੂੰ, ਬੱਚੇ ਵੀ ਮੇਰੇ ਤੇਰੇ ਹੈ ਮੌਲਾ, ਹੈ ਤੇਰੇ रहेंगे ਤੇਰੇ, ਹੈ ਤੇਰੇ रहेंगे ਤੇਰੇ। ਤੇ ਨਾਲ ਹੀ ਅੱਗੇ ਉਹਨਾਂ ਨੇ ਵਚਨ ਲਿਖਿਆ ਕਵਿਤਾ ਦੇ ਅੰਦਰ, ਮਰਸੀਏ ਰੂਪ ਦੇ ਅੰਦਰ, ਜਿਸ ਹਾਲ ਮੇ ਰੱਖੇ ਤੂੰ ਵਹੀ ਹਾਲ ਹੈ ਅੱਛਾ ਸਾਹਿਬ। ਜਿਹੜੇ ਹਾਲ ਦੇ ਅੰਦਰ ਪਰਮੇਸ਼ਰ ਤੁਸੀਂ ਰੱਖਦੇ ਹੋ ਪਰਮਾਤਮਾ, ਉਹੀ ਹਾਲ ਠੀਕ ਹੈ। ਜਿੱਥੇ ਸਾਹਿਬ ਜੀ ਜਿੱਥੇ ਰੱਖੇ ਬੈਕੁੰਠ ਤਤਾਈ ਵਾਲੀ ਖੇਡ, ਸਾਹਿਬ ਜੀ ਜਿੱਥੇ ਤੁਸੀਂ ਰੱਖਦੇ ਹੋ ਮਹਾਰਾਜ ਸੱਚੇ ਪਾਤਸ਼ਾਹ, ਉਹੀ ਸਾਡੇ ਵਾਸਤੇ ਸਾਹਿਬ ਜੀ ਸਵਰਗ ਦੀ ਖੇਡ ਹੈ। ਜਿੱਥੇ ਰੱਖੇ ਬੈਕੁੰਠ ਤਤਾਈ, ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੈ ਸਤ ਕਰ ਮਾਨਾ, ਉਹਨੂੰ ਸਤ ਕਰਕੇ ਮੰਨਣਾ। ਉਲਾਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਭਾਣਾ ਮਨ ਵਸਾਈ। ਭਾਣੇ ਨੂੰ ਭਾਵ ਉਹਦੇ ਰਜ਼ਾ, ਉਹਦੇ ਹੁਕਮ ਦੇ ਅੰਦਰ ਰਹਿਣਾ। ਕਹੈ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ। ਹੁਣ ਧੰਨ ਬਾਬਾ ਕਬੀਰ ਸਾਹਿਬ ਜੀ ਸ਼ਬਦ ਦੀ ਸਮਾਪਤੀ ਕਰ ਰਹੇ ਹਨ। ਕਹੈ ਕਬੀਰ ਸੁਨੋ ਰੇ ਸੰਤੋ, ਹੇ ਸੰਤ ਜਨੋ ਸੁਣੋ। ਕੀ ਮਹਾਰਾਜ? ਮੇਰੀ ਮੇਰੀ ਝੂਠੀ, ਮੇਰੀ ਆਪਣਤ ਦਾ ਖਿਆਲ ਇਹ ਝੂਠਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਜੈਤਸਰੀ ਰਾਗ ਦੇ ਅੰਦਰ ਬਚਨ ਆਉਂਦੇ ਹਨ, ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਭਾਈ ਕੋਈ ਵਿਰਲੇ ਨੇ ਜਿਹੜੇ ਇਹ ਗੱਲ ਜਾਣਦੇ ਹਨ ਵੀ ਕਿਹੜਾ ਸੰਸਾਰ ਦੇ ਅੰਦਰ ਪੱਕਾ ਮਿੱਤਰ ਹੈ। ਸੰਸਾਰ ਦੇ ਅੰਦਰ ਮਾਤਾ ਜੀ ਦੇ ਨਾਲ ਮੇਲ ਹੋਇਆ, ਘਰ ਦੇ ਅੰਦਰ ਪਿਤਾ ਜੀ ਮਿਲੇ, ਭੈਣ ਦਾ ਰਿਸ਼ਤਾ ਬਣਿਆ, ਇੱਕ ਪਰਿਵਾਰ ਦੇ ਅੰਦਰ ਭਰਾ ਦਾ ਰਿਸ਼ਤਾ ਬਣਿਆ। ਮਹਾਰਾਜ ਜੀ ਇੱਥੇ ਇਸ ਸ਼ਬਦ ਵਿੱਚ, ਉਸ ਪਾਵਨ ਬਚਨ ਵਿੱਚ ਮੇਰੇ ਸਾਹਿਬ ਜੀ ਬਚਨ ਕਹਿੰਦੇ ਹਨ, ਕਹਿਣੇ ਲੱਗੇ ਇਹ ਜਿਹੜੇ ਰਿਸ਼ਤੇ ਮਿਲੇ, ਇਹ ਭਾਈ
ਮਿਲੇ ਹਨ ਸੰਜੋਗ ਦੇ ਨਾਲ, ਪਰ ਹਕੀਕਤ ਅਖੀਰ ਦੇ ਅੰਦਰ ਇਹਨਾਂ ਵਿੱਚੋਂ ਅਖੀਰ ਵਿੱਚ ਸਦੀਵੀ ਕਿਸੇ ਨੇ ਨਾਲ ਨਹੀਂ ਨਿਭਣਾ। ਭਾਈ ਇਹਨਾਂ ਦੇ ਵਿੱਚੋਂ ਅਖੀਰ ਦੇ ਵਿੱਚ ਸਹਾਈ ਕੋਈ ਨਹੀਂ। ਮੇਰੀ ਮੇਰੀ ਝੂਠੀ ਮੇਰੀ ਮੇਰੀ ਦਾ ਖਿਆਲ ਜਿਹੜਾ ਹੈ ਨਾ, ਵੀ ਇਹ ਧਨ ਪਦਾਰਥ ਸੰਪਦਾ ਮੇਰੀ 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 ਕਰਤੇ ਜਨਮ ਗਇਓ, ਵੀ ਆ ਵੀ ਮੇਰਾ ਧਨ ਪਦਾਰਥ ਹੈ, ਇਹ ਵੀ ਮੇਰਾ। ਬਾਬਾ ਫਰੀਦ ਸਾਹਿਬ ਦੇ ਪਾਵਨ ਪਵਿੱਤਰ ਬਚਨ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਤੇ ਸਾਹਿਬ ਜੀ ਇੱਕ ਬਚਨ ਕਹਿੰਦੇ ਨੇ ਨਾ, ਹਮਰੀ ਭੂਮ ਕੌਣ ਘਾਲੇ ਪੈਰ। ਬੰਦਾ ਕਹਿੰਦਾ ਵੀ ਮੇਰੀ ਪੈਲੀ ਵਿੱਚ ਕੋਈ ਪੈਰ ਪਾ ਕੇ ਵਿਖਾਏ ਤਾਂ ਸਹੀ, ਹਮਰੀ ਭੂਮ ਕੌਣ ਘਾਲੇ ਪੈਰ। ਤੇ ਜਿੱਦਣ ਉਹਦਾ ਹੁਕਮ ਆਇਆ, ਮਹਾਰਾਜ ਜੀ ਉੱਥੇ ਰਹਿਮਤ ਕਰ ਰਹੇ, ਕਹਿੰਦੇ ਮੇਰੀ ਮੇਰੀ ਝੂਠੀ। ਭਾਈ ਮੇਰੀ ਮੇਰੀ ਦਾ ਖਿਆਲ ਜਿਹੜਾ ਹੈ ਸਾਧ ਸੰਗਤ ਜੀ, ਇਹ ਝੂਠਾ ਖਿਆਲ ਹੈ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੁਟੀ। ਸਾਹਿਬ ਜੀ ਰਹਿਮਤ ਕਰ ਰਹੇ ਹਨ, ਚਿਰਗਟ ਫਾਰ ਚਟਾਰਾ ਲੈ ਗਇਓ। ਚਟਾਰਾ ਕਹੀਏ ਬਿੱਲਾ, ਚਟਾਰਾ ਜਿਵੇਂ ਮੌਤ, ਮਹਾਰਾਜ ਜੀਆਂ ਦੀ ਪਾਵਨ ਬਾਣੀ ਵਿੱਚ ਸਾਹਿਬ ਜੀਆਂ ਨੇ ਕਿਤੇ ਮੌਤ ਦੇ ਨਾਲ, ਚੂਹੇ ਦੇ ਨਾਲ ਤਸ਼ਬੀਹ ਦਿੱਤੀ ਜੀਵ ਨੂੰ। ਪਿੱਛੇ ਜਿਹੜਾ ਬਿੱਲਾ ਹੈ ਉਹ ਮੌਤ, ਉਹਦੇ ਜੀਵ ਦੇ ਪਿੱਛੇ। ਇਹ ਸਾਹਿਬ ਜੀ ਸਮਝਾ ਰਹੇ ਹਨ ਬਾਬਾ ਕਬੀਰ ਸਾਹਿਬ। ਚਿਰਗਟ ਫਾਰ ਚਟਾਰਾ ਲੈ ਗਇਓ। ਚਿਰਗਟ ਕਹੀਏ ਮਾਲਕ ਜੀ ਨੇ ਜਿਹੜਾ ਘਰ ਹੈ ਪਿੰਜਰਾ, ਚਿਰਗਟ ਕਹੀਏ ਪਿੰਜਰਾ, ਫਾਰ ਪਿੰਜਰੇ ਨੂੰ ਤੋੜਿਆ, ਚਟਾਰਾ ਲੈ ਗਇਓ। ਕਹਿੰਦੇ ਜਿਹੜਾ ਵਿੱਚ ਪੰਛੀ ਸੀ ਨਾ, ਉਹਨੂੰ ਹੱਥ ਪਾਇਆ ਤੇ ਹੱਥ ਪਾ ਕਰਕੇ ਪੰਛੀ ਨੂੰ ਬਿੱਲਾ ਲੈ ਗਿਆ। ਤਰੀ ਤਾਗਰੀ ਛੂਟੀ ਦਾ ਅਰਥ ਕੀ? ਕੁੱਜੀ ਤੇ ਨਾਲ ਪਾਣੀ ਰੱਖਦੇ ਨੇ ਨਾ, ਜਿਵੇਂ ਪਿੰਜਰੇ ਦੇ ਵਿੱਚ ਪਾਣੀ ਰੱਖ ਦਿੱਤਾ, ਦਾਣਾ ਪਾ ਕੇ ਰੱਖ ਦਿੱਤਾ, ਨਾਲ ਪਾਣੀ ਪਾ ਕੇ ਰੱਖ ਦਿੱਤਾ। ਜਿੱਦਣ ਮੌਤ ਹੋ ਗਈ ਪੰਛੀ ਦੀ, ਪਾਣੀ ਵੀ ਉੱਥੇ ਰਹਿ ਗਿਆ ਤੇ ਦਾਣਾ ਵੀ ਉੱਥੇ ਹੀ ਰਹਿ ਗਿਆ। ਤਰੀ ਤਾਗਰੀ ਛੂਟੀ, ਉਹ ਸਾਰਾ ਕੁਝ ਇੱਥੇ ਰਹਿ ਗਿਆ। ਬਾਬਾ ਫਰੀਦ ਸਾਹਿਬ ਦੇ ਪਾਵਨ ਪਵਿੱਤਰ ਬਚਨ, ਬੰਦਾ ਜਦੋਂ ਕੱਪੜਾ ਖਰੀਦਣ ਵਾਸਤੇ ਗਿਆ ਤੇ ਕੱਪੜੇ ਦੀ ਗਰੰਟੀ ਪੁੱਛਦਾ ਹੈ ਵੀ ਇਹ ਕੱਪੜਾ ਜਿਹੜਾ ਮੈਂ ਪਿੰਡੇ ਤੇ ਪਾਉਣਾ ਹੈ, ਹੰਡਾਉਣਾ ਹੈ, ਇਹਦੀ ਮੈਨੂੰ ਗਰੰਟੀ ਦੇ। ਕੱਪੜੇ ਦੀ ਗਰੰਟੀ ਪੁੱਛਦੇ ਨਾ, ਵੀ ਜਦੋਂ ਕੱਪੜਾ ਖਰੀਦਿਆ ਮੈਨੂੰ ਕੱਪੜਾ ਦੱਸ ਵੀ ਛੇਤੀ ਛਿੱਜਦਾ ਤੇ ਨਹੀਂ, ਕੱਪੜੇ ਤੇ ਬੂਰ ਤੇ ਨਹੀਂ ਆਉਂਦਾ। ਉਹ ਕੱਪੜਾ ਲਿਆ, ਟੇਲਰ ਕੋਲ, ਦਰਜੀ ਕੋਲ ਚਲੇ ਗਏ, ਉਹਨੂੰ ਵੀ ਜਾ ਕੇ ਇਹੋ ਕਿਹਾ ਵੀ ਵੇਖੀ ਧਿਆਨ ਨਾਲ ਸਿਉਈ, ਕੱਪੜਾ ਬੜਾ ਮਹਿੰਗਾ ਲੈ ਕੇ ਆਇਆ। ਤੇ ਬਾਬਾ ਫਰੀਦ ਸਾਹਿਬ ਕਹਿਣੇ ਲੱਗੇ, ਮੈਨੂੰ ਇੰਨੀ ਗੱਲ ਤਾਂ ਦੱਸ, ਕੱਪੜੇ ਦੀ ਵੀ ਗਰੰਟੀ ਪੁੱਛ ਲਈ, ਟੇਲਰ ਕੋਲੋਂ ਵੀ ਪੱਕਿਆ ਕਰਕੇ ਆਇਆ, ਇਹਦੀ ਤਾਂ ਗਰੰਟੀ ਦੇ ਵੀ ਹੋ ਸਕਦਾ ਹੈ ਅਜੇ ਤੇਰਾ ਸਰੀਰ ਤੇ ਜਿਹੜਾ ਚੋਲਾ ਕੱਪੜਾ ਪਾਉਣਾ ਹੈ, ਉਹਨੂੰ ਸਿਉਣ ਵਾਸਤੇ ਦਰਜੀ ਨੇ ਸੂਈ ਵਿੱਚ ਧਾਗਾ ਪਾਇਆ ਹੋਵੇ, ਤੇਰਾ ਤੁਰਨ ਦਾ ਸਮਾਂ ਪਹਿਲਾਂ ਆ ਜਾਏ। ਕੱਪੜਾ ਅਜੇ ਭਾਵੇਂ ਸੀਪ ਦਾ ਪਿਆ ਹੋਵੇ ਤੇ ਤੇਰਾ ਸੰਸਾਰ ਤੋਂ ਤੁਰਨ ਦਾ ਪਹਿਲਾਂ ਸਮਾਂ ਆ ਜਾਏ। ਕੱਪੜੇ ਨੂੰ ਤਾਂ ਕੋਈ ਨਾ ਕੋਈ ਗੰਢ ਤਰੁੱਪ ਹੋ ਜਾਏਗੀ। ਜਿੱਦਣ ਅੰਦਰੋਂ ਭੌਰ ਉਡਾਰੀ ਮਾਰ ਗਿਆ, ਇਹਨੂੰ ਕੋਈ ਨਹੀਂ ਸੱਜਣਾ ਰੱਖਣ ਵਾਲਾ। ਕੋਈ ਐਸੀ ਤਾਕਤ ਨਹੀਂ ਵੀ ਜਿਹੜਾ ਦੁਬਾਰਾ ਉਸ ਸਰੀਰ ਦੇ ਵਿੱਚ ਜਿੰਦ ਪਾ ਦਵੇ। ਮਹਾਰਾਜ ਜੀਆਂ ਦੇ ਬਚਨ ਹਨ, ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਖਿੰਥੜ ਮੇਖਾਂ ਅਗਲੀਆਂ ਦਾ ਅਰਥ ਹੈ ਕੱਪੜਾ ਪਾਟ ਜਾਏ, ਇਹਨੂੰ ਤਾਂ ਕੋਈ ਨਾ ਕੋਈ ਗੰਢ ਤਰੁੱਪ ਹੋ ਜਾਏਗੀ। ਜਿੱਦਣ ਅੰਦਰੋਂ ਭੌਰ ਉਡਾਰੀ ਮਾਰ ਗਿਆ, ਕਿਹੜੀ ਤਾਕਤ ਹੈ ਦੁਬਾਰਾ ਇਹਨੂੰ ਫਿਰ ਗੰਢ ਤਰੁੱਪ ਕਰਨ ਵਾਲੀ। ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਬਾਬਾ ਕਬੀਰ ਸਾਹਿਬ ਜੀਆਂ ਨੇ ਪਿੰਜਰੇ ਦੇ ਨਾਲ ਤਸ਼ਬੀਹ ਦਿੱਤੀ। ਭਾਈ ਵੀਰ ਸਿੰਘ ਜੀਆਂ ਦੀ ਇੱਕੋ ਕਵਿਤਾ ਕਹਿ ਕੇ ਸਾਧ ਸੰਗਤ ਜੀ ਸਮਾਪਤੀ ਕਰਾਂਗੇ। ਭਾਈ ਵੀਰ ਸਿੰਘ ਜੀ ਲਿਖਦੇ ਹਨ, ਕਹਿੰਦੇ, ਹੇ ਜੀਵ ਤੂੰ ਸਾਰੇ ਫਿਕਰ ਛੱਡ, ਸਾਰੀ ਚਿੰਤਾ ਛੱਡ, ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮਹਾਰਾਜ ਜੀ ਦੀ ਬਾਣੀ। ਇੱਕ ਕੰਮ ਕਰ। ਕੀ ਮਹਾਰਾਜ ਸਾਹਿਬ ਦੀ ਕਹਿੰਦੇ, ਕੰਮ ਕਰ, ਤੂੰ ਪ੍ਰਮਾਤਮਾ ਦੇ ਪਿੰਜਰੇ ਦੇ ਅੰਦਰ, ਗੁਰੂ ਦੇ ਪਿੰਜਰੇ ਦੇ ਵਿੱਚ ਕੈਦ ਹੋ। ਹੋਵਾਂ ਕੈਦ ਪਿੰਜਰੇ ਤੇਰੇ, ਹੋਵਾਂ ਕੈਦ ਪਿੰਜਰੇ ਤੇਰੇ। ਭਾਈ ਵੀਰ ਸਿੰਘ ਦੀ ਕਵਿਤਾ। ਪਿੰਜਰਾ ਤੂੰ ਨਿਜ ਹੱਥ ਫੜੇ। ਮਾਲਕ ਜੀ ਮੈਂ ਤੇਰੇ ਪਿੰਜਰੇ ਵਿੱਚ ਕੈਦ ਹੋ ਜਾਵਾਂ, ਪਿੰਜਰਾ ਤੂੰ ਆਪ ਆਪਣੇ ਹੱਥੀ ਫੜ ਲਵੇਂ। ਹੋਵਾਂ ਕੈਦ ਪਿੰਜਰੇ ਤੇਰੇ, ਪਿੰਜਰਾ ਤੂੰ ਨਿਜ ਹੱਥ ਫੜੇ। ਚਾਈ ਫਿਰੇ ਤੂੰ ਕੈਦੀ ਆਪਣਾ, ਕੈਦੀ ਖੁਸ਼ ਹੋ ਹੱਸੇ ਖਿੜੇ।
ਵਾਵਾ ਕੈਦ ਸੁਭਾਗੀ ਸਈਓ ਮਿਲੀ ਹਜੂਰੀ ਆਣ ਪਿਆ ਸਭ ਫਿਕਰਾਨੇ ਪਏ ਸਿਆਦ ਨੂੰ ਕੁੱਛੜ ਰਹਿੰਦੇ ਅਸੀਂ ਚੜੇ। ਕਹਿੰਦੇ ਜਿੱਦਣ ਕੋਈ ਪਿੰਜਰਾ ਲੈ ਕੇ ਆਏ ਨਾ ਪੰਛੀ, ਮਾਲਕ ਘਰ ਲੈ ਕੇ ਆਏ ਪਿੰਜਰਾ ਤੇ ਨਾਲ ਕੋਈ ਪੰਛੀ ਤੋਤਾ ਕੁਝ ਵੀ ਲੈ ਕੇ ਆਇਆ, ਪਾਣੀ ਦਾ ਵੀ ਖਿਆਲ ਰੱਖਦਾ ਹੈ, ਉਹਦੇ ਦਾਣੇ ਦਾ ਵੀ ਖਿਆਲ ਰੱਖਦਾ, ਹਰ ਪ੍ਰਕਾਰ ਠੰਡ ਗਰਮੀ ਸਾਰੇ ਦਾ ਖਿਆਲ ਰੱਖਿਆ। ਤੇ ਭਾਈ ਵੀਰ ਸਿੰਘ ਕਹਿੰਦੇ ਮਾਲਕ ਦਾ ਤੂੰ ਪੰਛੀ ਬਣ, ਉਹਦੇ ਪਿੰਜਰੇ ਵਿੱਚ ਤੂੰ ਕੈਦ ਹੋ ਜਾ। ਆਪੀ ਸਾਰੇ ਸਭ ਫਿਕਰਾਨੇ ਪਏ ਸਿਆਦ, ਸਿਆਦ ਕਹਿੰਦੇ ਨੇ ਸ਼ਿਕਾਰੀ ਨੂੰ, ਸਭ ਫਿਕਰਾਨੇ ਪਏ ਸਿਆਦ ਨੂੰ ਕੁੱਛੜ ਰਹਿੰਦੇ ਅਸੀਂ ਚੜੇ। ਸਾਹਿਬ ਜੀ ਰਹਿਮਤਾਂ ਕਰਨ, ਜੋ ਪਾਵਨ ਪਵਿੱਤਰ ਮਹਾਰਾਜ ਜੀਓ ਕੀ ਹਜ਼ੂਰੀ ਦੇ ਅੰਦਰ ਕਥਾ ਵਾਰਤਾ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਅੰਦਰ ਮਿਲ ਬੈਠ ਕਰਕੇ ਬਚਨਾਂ ਵਿੱਚ ਕੀਤਾ, ਨਿਜ ਜੀਵਨ ਦੇ ਅੰਦਰ ਵੀ ਉਹਨਾਂ ਬਚਨਾਂ ਨੂੰ ਧਾਰਨ ਕਰ ਸਕੀਏ। ਸਾਹਿਬ ਜੀ ਦਾ ਰੋਮ ਰੋਮ ਕਰਕੇ ਕੋਟਾਨ ਕੋਟ ਧੰਨਵਾਦ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸੇਵਾ ਦਾ ਅਵਸਰ ਦਿੱਤਾ, ਸਮੂਹ ਸਿੰਘ ਸਾਹਿਬਾਨਾਂ ਦਾ ਧੰਨਵਾਦ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਮਤ ਪ੍ਰਦਾਨ ਕਰਨ। ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀਆਂ ਕਰੀਏ ਜੀ। ਕਹੈ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।